ਓਅੰਕਾਰ ਅਕਾਰ ਕਰ, ਪੌਣ ਪਾਣੀ ਬੈ ਸੰਤਰ ਧਾਰੇ। ਧਰਤ ਆਕਾਸ਼ ਵਿਛੋੜਿਅਨ, ਚੰਦ ਸੂਰ ਦੋਏ ਜੋਤ ਸਵਾਰੇ। ਕਿਉਂਕਿ ਇੱਥੋਂ ਹੁਣ ਚੌਥੀ ਵਾਰ ਦੀ ਆਰੰਭਤਾ ਹੋਣੀ ਹੈ ਤੇ ਇਹ ਸਾਡੇ ਕਲਚਰ ਦਾ ਇੱਕ ਸੁਭਾਅ ਹੈ ਕਿ ਜਦੋਂ ਅਸੀਂ ਕਿਸੇ ਨਵੀਂ ਗੱਲ ਨੂੰ ਸ਼ੁਰੂ ਕਰਨਾ ਹੁੰਦਾ ਹੈ ਜਾਂ ਆਮ ਵੀ ਅਸੀਂ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਤੇ ਅਸੀਂ ਸਭ ਤੋਂ ਪਹਿਲਾਂ ਆਪਣੇ ਵਿਧਾਨ ਦੇ ਵਿੱਚ ਫਤਿਹ ਦੇ ਨਾਲ ਸਾਂਝ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਕਥਾ ਦੇ ਵਿੱਚ ਗੱਲ ਸ਼ੁਰੂ ਕਰਦੇ ਹਾਂ ਜਾਂ ਆਮ ਅਸੀਂ ਕਿਸੇ ਨੂੰ ਮਿਲਣਾ ਹੋਵੇ ਤੇ ਅਸੀਂ ਸਤਿ ਸ੍ਰੀ ਅਕਾਲ ਦੇ ਰੂਪ ਦੇ ਵਿੱਚ ਮਿਲਦੇ ਹਾਂ। ਜਦੋਂ ਪਹਿਲਾਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਤੇ ਚਿੱਠੀਆਂ ਦੇ ਵਿੱਚ ਵੀ ਚਿੱਠੀ ਲਿਖਣ ਤੋਂ ਪਹਿਲਾਂ ਇੱਕ ਰੱਬ ਦੇ ਨਾਮ ਨੂੰ ਯਾਦ ਕਰ ਲਿਆ ਜਾਂਦਾ ਹੈ। ਅਜੇ ਵੀ ਅਸੀਂ ਕਿਸੇ ਦੇ ਨਾਲ ਫੋਨ 'ਤੇ ਗੱਲ ਕਰਨੀ ਹੋਵੇ ਤੇ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਜਾਂਦਾ ਹੈ। ਹੁਣ ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਅੱਜ ਜਿਹੜੀ ਚੌਥੀ ਵਾਰ ਦੀ ਆਰੰਭਤਾ ਕਰਨੀ ਹੈ, ਇਹਦਾ ਵਿਸ਼ਾ, ਇਹਦਾ ਸਬਜੈਕਟ ਨਿਮਰਤਾ ਹੈ। ਗੱਲ ਉਹਨਾਂ ਨੇ ਨਿਮਰਤਾ ਦੇ ਬਾਰੇ ਕਰਨੀ ਹੈ, ਪਰ ਕਿਉਂਕਿ ਇਹ ਪਹਿਲੀ ਪੌੜੀ ਹੈ ਇਸ ਕਰਕੇ ਉਹਨਾਂ ਨੇ ਇਸ ਵਾਰ ਨੂੰ ਲਿਖਣ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਫਿਰ ਗੁਣ ਗਾਇਆ ਹੈ। ਜਿੱਦਾਂ ਅਸੀਂ ਸ਼ਬਦ ਪੜ੍ਹਦੇ ਹਾਂ ਤੇ ਤੁਸੀਂ ਮੰਗਲ ਦੇ ਦਰਸ਼ਨ ਕਰਦੇ ਜੇ, ਇੱਕ ਓਅੰਕਾਰ ਤੋਂ ਲੈ ਕੇ ਸਤਿਗੁਰ ਪ੍ਰਸਾਦ ਤੱਕ ਅਸੀਂ ਪੜ੍ਹਦੇ ਹਾਂ। ਸ਼ਬਦ ਸ਼ੁਰੂ ਹੁੰਦੇ ਨੇ, ਅਸ਼ਟਪਦੀਆਂ ਸ਼ੁਰੂ ਹੁੰਦੀਆਂ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖਿਆ ਮਿਲਦਾ ਹੈ। ਇੱਦਾਂ ਹੀ ਕਿਉਂਕਿ ਇਹ ਜਿਹੜੀਆਂ ਵਾਰਾਂ ਨੇ ਨਾ, ਇਹ ਇੱਕੋ ਟਾਈਮ ਦੇ ਉੱਤੇ ਨਹੀਂ ਲਿਖੀਆਂ ਗਈਆਂ। ਕੁਝ ਵਾਰਾਂ ਜਿਹੜੀਆਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ, ਕੁਝ ਵਾਰਾਂ ਜਿਹੜੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਲਿਖੀਆਂ ਗਈਆਂ ਨੇ। ਇਸ ਕਰਕੇ ਵੱਖ-ਵੱਖ ਵੇਲਿਆਂ ਦੇ ਵਿੱਚ ਜਦੋਂ ਵਾਰ ਲਿਖੀ ਜਾ ਰਹੀ ਹੈ ਤੇ ਉਦੋਂ ਸਭ ਤੋਂ ਪਹਿਲਾਂ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਇਸ਼ਟ ਦਾ, ਅਕਾਲ ਪੁਰਖ ਵਾਹਿਗੁਰੂ ਦਾ ਜ਼ਿਕਰ ਕੀਤਾ ਹੈ ਤੇ ਫਿਰ ਉਹਨਾਂ ਨੇ ਅੱਗੇ ਗੱਲ ਸ਼ੁਰੂ ਕੀਤੀ। ਸੋ ਇੱਥੇ ਗੱਲ ਕਰਦੇ ਨੇ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਆਪਣਾ ਇਸ਼ਟ ਕਿਹਨੂੰ ਮੰਨਿਆ ਹੈ। ਹਰ ਕੋਈ ਆਪਣੇ ਆਪਣੇ ਤਰੀਕੇ ਦੇ ਇਸ਼ਟ, ਆਪਣੇ ਆਪਣੇ ਤਰੀਕੇ ਦੇ ਉਹ ਮੰਨੇ ਹੋਏ ਨੇ। ਜਿਸ ਤਰ੍ਹਾਂ ਕਈ ਵਿਦਿਆ ਦੀ ਦੇਵੀ ਮੰਨਦੇ ਨੇ ਕਿ ਸਰਸਵਤੀ ਹੈ, ਉਹ ਉਹਨਾਂ ਦਾ ਖਿਆਲ ਹੈ। ਸਾਡੇ ਵਿੱਚ ਓਅੰਕਾਰ ਹੀ ਸਭ ਕੁਝ ਹੈ। ਇੱਦਾਂ ਫਿਰ ਕਈਆਂ ਨੇ ਜਿੱਦਾਂ ਬਾਰਿਸ਼ ਦਾ ਦੇਵਤਾ ਆਪਣਾ ਮੰਨਿਆ ਹੋਇਆ ਹੈ, ਉਹਨਾਂ ਲਈ ਬਾਰਿਸ਼ ਦਾ ਦੇਵਤਾ ਆਪਣਾ ਹੈ। ਉਹ ਆਪਣੇ ਇਸ਼ਟ ਦਾ ਮੰਗਲ ਕਰਦੇ ਨੇ। ਹੁਣ ਭਾਈ ਗੁਰਦਾਸ ਸਾਹਿਬ ਨੇ ਆਪਣਾ ਇਸ਼ਟ, ਆਪਣਾ ਮਾਲਕ ਕਿਹਨੂੰ ਮੰਨਿਆ ਹੈ? ਉਹ ਮੰਨਿਆ ਹੈ ਓਅੰਕਾਰ। ਓਅੰਕਾਰ ਦਾ ਮਤਲਬ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦੇ ਵਿੱਚ ਹੈ ਤੇ ਫਿਰ ਨਾਲ ਕੀ ਹੈ, ਵਿਆਪਕ ਵੀ ਹੈ। ਜਿਹੜਾ ਹੈ ਬ੍ਰਹਮ ਸਰੂਪ ਹੈ ਇੱਕ ਹੀ, ਪਰ ਹੈ ਸਾਰਿਆਂ ਦੇ ਵਿੱਚ ਵਿਆਪਕ ਹੈ। ਤੇ ਉਹਨੇ ਕੀ ਕੀਤਾ? ਓਅੰਕਾਰ ਅਕਾਰ ਕਰ। ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਆਕਾਰ ਬਣਾ ਦਿੱਤਾ ਹੈ। ਕਿੱਥੇ ਆਕਾਰ ਬਣਾ ਦਿੱਤਾ ਹੈ? ਉਹਦਾ ਕੋਈ ਮਾਤਾ ਪਿਤਾ ਨਹੀਂ, ਉਹਦਾ ਆਪਣਾ ਕੋਈ ਆਕਾਰ ਨਹੀਂ, ਪਰ ਕੀ ਹੈ ਜਿਹਨੂੰ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹਦਾ ਕੋਈ ਰੂਪ ਵੀ ਨਹੀਂ ਵੀ ਕਹੀਏ ਵੀ ਰੱਬ ਕਾਲੇ ਰੰਗ ਦਾ ਤੇ ਰੱਬ ਚਿੱਟੇ ਰੰਗ ਦਾ ਹੈ। ਉਹਦੀਆਂ ਰੇਖਾਵਾਂ ਵੀ ਨਹੀਂ ਸਾਡੇ ਵਾਂਗੂ ਵੀ ਉਹਦੇ ਫਿੰਗਰਪ੍ਰਿੰਟਸ ਇੱਦਾਂ ਦੇ ਹੋਣਗੇ। ਤੇ ਫਿਰ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹਦਾ ਪਹਿਰਾਵਾ ਕਿੱਦਾਂ ਦਾ ਹੈ, ਉਹਦਾ ਰੰਗ ਕਿੱਦਾਂ ਦਾ ਹੈ, ਕਿਸੇ ਨੂੰ ਨਹੀਂ ਪਤਾ। ਤੇ ਫਿਰ ਸਤਿਗੁਰੂ ਕਹਿੰਦੇ ਨੇ ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਹਦੇ ਉੱਤੇ ਪ੍ਰਸੰਨ ਹੋ ਗਿਆ ਉਹਨੂੰ ਆਪਣੇ ਬਾਰੇ ਸਮਝ ਬਖਸ਼ ਦਿੰਦਾ ਹੈ। ਇਸ ਕਰਕੇ ਦੇਵਤਿਆਂ ਦੀ ਮੂਰਤੀ ਬਣਾਈ ਜਾ ਸਕਦੀ ਹੈ, ਬੰਦਿਆਂ ਦੀ ਫੋਟੋ ਬਣਾਈ ਜਾ ਸਕਦੀ ਹੈ, ਰੱਬ ਦੀ ਨਾ ਤੇ ਕੋਈ ਮੂਰਤੀ ਬਣਾ ਸਕਦਾ ਹੈ, ਕਿਉਂਕਿ ਉਹ ਜਿੰਨੀ ਵਾਰ ਵੀ ਬਣੇਗੀ ਅਧੂਰੀ ਹੀ ਬਣੇਗੀ। ਇਹ ਸਾਰਾ ਸੰਸਾਰ ਉਹਦਾ ਆਕਾਰ ਹੈ। ਸਗਲ ਸਮਗਰੀ ਜਾਕਾ ਤਨਾ, ਤਨ ਦਾ ਮਤਲਬ ਹੋ ਗਿਆ ਸਰੀਰ। ਜਿੰਨੀ ਉਹਨੇ ਸ੍ਰਿਸ਼ਟੀ ਬਣਾਈ ਹੈ ਇਹ ਸਾਰੀ ਉਹਦਾ ਸਰੀਰ ਹੈ। ਸਾਡਾ ਕੋਈ ਚਿੱਤਰ ਬਣਾ ਸਕਦਾ ਹੈ, ਫੋਟੋ ਬਣਾ ਸਕਦਾ ਹੈ, ਕਿਉਂਕਿ ਸਾਡਾ ਆਕਾਰ ਕਿੱਡਾ ਕੁ ਹੈ, ਇੱਕ ਫੋਟੋ ਦੇ ਵਿੱਚ ਆ ਜਾਂਦਾ ਹੈ। ਪਰ ਜੇ ਰੱਬ ਦਾ ਆਕਾਰ ਲੈਣਾ ਹੋਵੇ ਤੇ ਜੇ ਸਾਹਮਣੇ ਦੀ ਫੋਟੋ ਖਿੱਚੇਗਾ ਤੇ ਪਿੱਛੇ ਕਿੰਨਾ ਰਹਿ ਜਾਵੇਗਾ। ਅਸੀਂ ਅਕਸਰ ਉਦਾਹਰਨ ਲੈਂਦੇ ਹੁੰਦੇ ਹਾਂ ਵੀ ਗਲੋਬ ਕਦੀ ਵੀ ਪੂਰਾ ਨਹੀਂ ਵੇਖਿਆ ਜਾ ਸਕਦਾ।
ਇੱਕ ਸਾਈਡ ਤੋਂ ਵੇਖਾਂਗੇ, ਦੂਜੀ ਸਾਈਡ ਹਮੇਸ਼ਾ ਬੰਦੇ ਤੋਂ ਲੁਕੀ ਰਹਿ ਜਾਂਦੀ ਹੈ। ਜਿੱਦਾਂ ਗਲੋਬ ਪੂਰਾ ਨਜ਼ਰ ਨਹੀਂ ਨਾ ਆਉਂਦਾ, ਅਕਾਲ ਪੁਰਖ ਵਾਹਿਗੁਰੂ ਇੱਦਾਂ ਦਾ ਹੈ। ਜੇ ਅਗਲੇ ਪਾਸੇ ਤੋਂ ਕਵਾਂਗੇ ਮੈਂ ਰੱਬ ਦੇ ਦਰਸ਼ਨ ਕਰਦਾ ਪਿਆ ਹਾਂ, ਤੇ ਪਿਛਲਾ ਪਾਸਾ ਸਾਡਾ ਆਪਣੇ ਆਪ ਹੀ ਹਨੇਰੇ ਦੇ ਵਿੱਚ ਚਲਾ ਜਾਂਦਾ ਹੈ। ਇਸ ਕਰਕੇ ਉਹਦੀ ਕੋਈ ਤਸਵੀਰ ਨਹੀਂ ਬਣਾ ਸਕਦਾ। ਕੋਈ ਬੱਚਾ ਸਾਰੀ ਜ਼ਿੰਦਗੀ ਇੱਥੇ ਬਿਲਡਿੰਗ ਦੇ ਵਿੱਚ, ਗੁਰਦੁਆਰੇ ਵਿੱਚ ਬੈਠਾ ਰਵੇ ਤੇ ਉਹਨੂੰ ਕਹੇ ਵੀ ਤੂੰ ਗੁਰਦੁਆਰੇ ਦੇ ਬਾਹਰ ਦੀ ਫੋਟੋ ਬਣਾ ਦੇ, ਹੁਣ ਅੰਦਰ ਦੀ ਤੇ ਬਣਾ ਦੇਵੇਗਾ, ਬਾਹਰ ਦੀ ਕੀ ਬਣਾਵੇਗਾ, ਜਿੰਨੇ ਬਾਹਰੋਂ ਵੇਖਿਆ ਹੀ ਨੇ। ਇਸ ਕਰਕੇ ਉਹਨੂੰ ਇੱਕ ਥਾਂ ਦੇ ਉੱਤੇ ਸੀਮਿਤ ਨਹੀਂ ਕੀਤਾ ਜਾ ਸਕਦਾ ਫੋਟੋ ਦੇ ਵਿੱਚ। ਅੱਜ ਜਿੰਨਾ ਆਕਾਰ ਹੈ, ਜਿੰਨੀ ਸ੍ਰਿਸ਼ਟੀ ਹੈ, ਇਹ ਸਾਰੀ ਉਹਦੇ ਤੋਂ ਪੈਦਾ ਹੋਈ ਹੈ, ਜਿਹਨੂੰ ਅਸੀਂ ਆਸਾ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ, ਆਪੀਨੈ ਆਪ ਸਾਜਿਓ, ਆਪੀਨੈ ਰਚਿਓ, ਨਾਉ ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਦੂਜੇ ਨੰਬਰ ਦੇ ਉੱਤੇ ਕੁਦਰਤ ਹੈ, ਸੈਕੰਡਰੀ ਹੈ ਕੁਦਰਤ ਉਹਦੇ ਤੋਂ, ਪ੍ਰਾਇਮਰੀ ਉਹ ਆਪ ਹੈ। ਕਰ ਆਸਣ ਡਿਠੋ ਚਾਓ, ਤੇ ਇਸ ਕੁਦਰਤ ਦੇ ਵਿੱਚ ਆਸਣ ਲਗਾ ਕੇ ਤੇ ਬੜੇ ਚਾਅ ਦੇ ਨਾਲ ਵਿਚਰਦਾ ਪਿਆ ਹੈ। ਓੰਕਾਰ ਆਕਾਰ ਕਰ ਪੌਣ ਪਾਣੀ ਬੈਸੰਤਰ ਧਾਰੇ। ਜਪਜੀ ਸਾਹਿਬ 'ਚ ਇਹਨੂੰ ਅਸੀਂ ਇੱਦਾਂ ਪੜ੍ਹਦੇ ਹਾਂ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਮਹਾਰਾਜ ਜੀ ਧਰਤੀ ਨੂੰ ਕੀ ਮੰਨਦੇ ਨੇ? ਸਤਿਗੁਰੂ ਕਹਿੰਦੇ ਇਹ ਤੇ ਧਰਮ ਕਮਾਉਣ ਦੀ ਜਗ੍ਹਾ ਹੈ। ਇਹ ਇੱਦਾਂ ਦੀ ਜਗ੍ਹਾ ਥੋੜ੍ਹਾ ਵੀ ਆਏ ਹਾਂ ਤੇ ਖਾ ਪੀ ਲਿਆ ਤੇ ਸੌਂ ਲਿਆ ਤੇ ਮੁੜ ਗਏ। ਮਹਾਰਾਜ ਕਹਿੰਦੇ ਨਹੀਂ, ਇਹ ਤੇ ਧਰਮ ਕਮਾਉਣ ਦੀ ਜਗ੍ਹਾ ਹੈ। ਗੁਰਮੁਖ ਧਰਤੀ ਸਾਚੈ ਸਾਜੀ, ਵੀ ਅਸੀਂ ਗੁਰਮੁਖ ਬਣੀਏ, ਇਸ ਕਰਕੇ ਮਾਲਕ ਨੇ ਇਹ ਧਰਤੀ ਸਾਜੀ ਹੋਈ ਹੈ। ਗੁਰਮੁਖ ਬਣਨਾ ਹੈ ਅਸੀਂ। ਤੇ ਸਤਿਗੁਰੂ ਕਹਿੰਦੇ ਰੱਬ ਨੇ ਕੀ ਕੀਤਾ? ਰਾਤਾਂ ਬਣਾ ਦਿੱਤੀਆਂ, ਰੁੱਤਾਂ ਬਣਾ ਦਿੱਤੀਆਂ, ਥਿੱਤਾਂ ਬਣਾ ਦਿੱਤੀਆਂ, ਵਾਰ ਬਣਾ ਦਿੱਤੇ। ਇਹ ਅਸੀਂ ਆਪਣੀ ਸਹੂਲਤ ਲਈ ਉਹਨਾਂ ਦੇ ਨਾਮ ਰੱਖ ਦਿੱਤੇ। ਫਿਰ ਕੀ ਹੈ? ਪੌਣ ਮਾਲਕ ਨੇ ਬਣਾ ਦਿੱਤੀ, ਹਵਾ, ਪਾਣੀ, ਅਗਨੀ, ਪਾਤਾਲ, ਜ਼ਮੀਨ ਜਿੱਥੇ ਅਸੀਂ ਰਹਿ ਰਹੇ ਹਾਂ ਉਹਦਾ ਹੇਠਲਾ ਹਿੱਸਾ, ਇਹ ਸਾਰਾ ਕੁਝ ਮਾਲਕ ਨੇ ਬਣਾ ਦਿੱਤਾ। ਤੇ ਕਿਉਂ ਬਣਾਇਆ? ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਧਰਤੀ ਜਿਹੜੀ ਹੈ ਇਹਨਾਂ ਦੇ ਅਧੀਨ ਕਰ ਦਿੱਤੀ। ਜਾਂ ਇੱਦਾਂ ਕਹਿ ਲਈਏ ਵੀ ਧਰਤੀ ਦੇ ਉੱਤੇ ਰਹਿੰਦਿਆਂ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਵਾਹ ਪੈਂਦਾ ਰਹਿੰਦਾ ਹੈ ਸਾਡਾ। ਪਰ ਕਿਉਂ ਹੈ ਧਰਤੀ? ਤਾਂ ਕਿ ਧਰਮਸ਼ਾਲਾ ਬਣ ਸਕੇ। ਭਾਈ ਗੁਰਦਾਸ ਸਾਹਿਬ ਕਹਿੰਦੇ ਓੰਕਾਰ ਆਕਾਰ ਕਰ ਪੌਣ ਪਾਣੀ ਬੈਸੰਤਰ ਧਾਰੇ। ਮਾਲਕ ਨੇ ਸ੍ਰਿਸ਼ਟੀ ਦਾ ਆਕਾਰ ਬਣਾ ਦਿੱਤਾ, ਬ੍ਰਹਮੰਡ ਦਾ ਆਕਾਰ ਬਣਾ ਦਿੱਤਾ ਹੈ, ਤੇ ਨਾਲ ਕੀ ਕਰ ਦਿੱਤਾ? ਪੌਣ, ਹਵਾ, ਪਾਣੀ, ਬੈਸੰਤਰ ਦਾ ਮਤਲਬ ਅੱਗ। ਇਹ ਚੀਜ਼ਾਂ ਉਹਨੇ ਨਾਲ ਪੈਦਾ ਕਰ ਦਿੱਤੀਆਂ। ਕਿੰਨੀਆਂ ਸਹੂਲਤਾਂ ਨੇ ਸਾਨੂੰ ਇਹਨਾਂ ਚੀਜ਼ਾਂ ਦੀਆਂ। ਬੈਸੰਤਰ ਦਾ ਮਤਲਬ ਹੁੰਦਾ ਹੈ ਅੱਗ। ਜਿੱਥੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪੜ੍ਹਾਂਗੇ ਉਹ ਸਾਨੂੰ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ। ਬੈਸੰਤਰ ਦੇਵਤਾ ਵੀ ਮੰਨਿਆ ਜਾਂਦਾ ਹੈ, ਜਿਹਨੂੰ ਅਸੀਂ ਆਸਾ ਦੀ ਵਾਰ ਦੇ ਵਿੱਚ ਵੀ ਪੜ੍ਹਦੇ ਹਾਂ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਬੈਸੰਤਰ ਦਾ ਮਤਲਬ ਹੁੰਦਾ ਹੈ ਅੱਗ। ਮਾਲਕ ਨੇ ਇਹ ਚੀਜ਼ਾਂ ਸਾਡੀ ਸਹੂਲਤ ਲਈ ਪੈਦਾ ਕਰ ਦਿੱਤੀਆਂ। ਫਿਰ ਕੀ ਕੀਤਾ? ਧਰਤ ਆਕਾਸ਼ ਵਿਛੋੜਿਅਨ, ਚੰਦ ਸੂਰ ਦੋਏ ਜੋਤ ਸਵਾਰੇ। ਆਮ ਦ੍ਰਿਸ਼ਟੀ ਦੇ ਵਿੱਚ ਅਸੀਂ ਜਦੋਂ ਇੱਦਾਂ ਵੇਖਦੇ ਹਾਂ ਬਾਹਰ ਨੂੰ, ਸਾਨੂੰ ਕੀ ਨਜ਼ਰ ਆਉਂਦਾ? ਵੀ ਆਕਾਸ਼ ਤੇ ਧਰਤੀ ਦੋ ਵੱਖ ਚੀਜ਼ਾਂ ਨੇ। ਹੈ ਸਪੇਸ ਹੈ, ਖਾਲੀ ਹੈ, ਉੱਪਰ ਕੁਝ ਵੀ ਨਹੀਂ ਹੈ ਇੱਦਾਂ ਦਾ ਵੀ ਅਸੀਂ ਕਹੀਏ ਵੀ ਸਾਨੂੰ ਇੰਝ ਲੱਗਣ ਲੱਗ ਪੈਂਦਾ ਵੀ ਉੱਤੇ ਵੇਖਦੇ ਹਾਂ ਤੇ ਆਕਾਸ਼ ਨੇੜੇ ਜਿਹੀ ਹੋਵੇਗਾ। ਤੇ ਵੇਖੋ ਜਦੋਂ ਉਹਦੇ ਵਿੱਚ ਰਾਕਟ ਛੱਡੇ ਜਾਂਦੇ ਨੇ, ਹੋਰ ਚੀਜ਼ਾਂ ਛੱਡੀਆਂ ਜਾਂਦੀਆਂ ਨੇ, ਤੇ ਕਿੰਨੀ ਉਚਾਈ ਤੱਕ ਉਹਨੂੰ ਚੀਰਦੀਆਂ ਚਲੀਆਂ ਜਾਂਦੀਆਂ ਨੇ। ਸਾਡੀ ਨਿਗਾਹ ਤੋਂ ਤੇ ਝੱਟ ਉਹ ਦਿਸਣੋਂ ਹਟ ਜਾਂਦੀਆਂ ਨੇ। ਕਿੰਨੇ ਪੰਛੀ ਨੇ ਉੱਡਦੇ ਨੇ ਪਰ ਸਾਨੂੰ ਨਜ਼ਰ ਹੀ ਨਹੀਂ ਆਉਂਦੇ। ਇਸ ਕਰਕੇ ਕੀ ਕੀਤਾ ਕਿ ਆਮ ਨਿਗਾਹ ਦੇ ਵਿੱਚ ਵੇਖੋ ਤੇ ਧਰਤੀ ਤੇ ਆਕਾਸ਼ ਦੋ ਚੀਜ਼ਾਂ ਸਾਨੂੰ ਵੱਖ-ਵੱਖ ਲੱਗਦੀਆਂ ਪਈਆਂ ਨੇ। ਭਾਈ ਗੁਰਦਾਸ ਸਾਹਿਬ ਨੇ ਉਹ ਹਵਾਲਾ ਦਿੱਤਾ, ਧਰਤ ਆਕਾਸ਼ ਵਿਛੋੜਿਅਨ। ਧਰਤੀ ਤੇ ਆਕਾਸ਼ ਪੈਦਾ ਕਰਕੇ ਤੇ ਮਾਲਕ ਨੇ ਦੋਵੇਂ ਵਿਛੋੜ ਦਿੱਤੇ, ਇੱਕ ਦੂਜੇ ਤੋਂ ਅਲੱਗ ਕਰ ਦਿੱਤੇ। ਪਰ ਨਾਲ ਕੀ ਕੀਤਾ? ਚੰਦ ਸੂਰ ਦੋਏ ਜੋਤ ਸਵਾਰੇ। ਇੱਥੇ ਦੇ ਪਾਠ ਹੈ, ਜਿਹੜਾ ਇੱਥੇ ਪਾਠ ਹੈ ਉਹ ਦੋਏ ਪਾਠ ਹੈ। ਦੋਵੇਂ ਸੂਰਜ ਤੇ ਚੰਦਰਮਾ ਉਹ ਮਾਲਕ ਨੇ ਇਸ ਧਰਤੀ ਦੀ ਸੁੰਦਰਤਾ ਦੇ ਲਈ, ਬ੍ਰਹਮੰਡ ਦੀ ਸੁੰਦਰਤਾ ਦੇ ਲਈ ਉਹਨੇ ਨਾਲ ਹੀ ਸਵਾਰ ਦਿੱਤੇ ਨੇ। ਸਾਡੀ ਧਰਤੀ ਨੂੰ ਸੂਰਜ ਦਾ ਵੀ ਚਾਨਣ ਤੇ ਰਾਤ ਨੂੰ ਚੰਦਰਮਾ ਦਾ ਵੀ ਚਾਨਣ। ਅੱਜ ਸਵੇਰੇ ਵੀ ਇਸ ਗੱਲ ਤੋਂ ਪੜ੍ਹਿਆ, ਵਿਚਾਰ ਕੀਤੀ ਜਾ ਰਹੀ ਸੀ ਸਹਿਜ ਪਾਠ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਨੇ ਚੰਦ ਤੇ ਸੂਰਜ ਦੀਵੇ ਬਣਾ ਕੇ ਰੱਖ ਦਿੱਤੇ ਨੇ। ਜਿੱਦਾਂ ਦੀਵੇ ਦਾ ਕੰਮ ਹੁੰਦਾ ਹੈ ਚਾਨਣ ਕਰਨਾ, ਉੱਦਾਂ ਇਹਨਾਂ ਦਾ ਕੰਮ ਹੈ ਚਾਨਣ ਕਰਨਾ। ਅਸੀਂ ਇਹਨੂੰ ਇੱਦਾਂ ਵੀ ਪੜ੍ਹਦੇ ਹੁੰਦੇ ਹਾਂ, ਗਗਨ ਮੈ ਥਾਲ ਰਵ ਚੰਦ ਦੀਪਕ ਬਣੇ। ਆਕਾਸ਼ ਥਾਲ ਹੈ ਤੇ ਇਹਦੇ ਵਿੱਚ ਕੀ ਹੈ? ਰਵੀ, ਸੂਰਜ
ਚੰਦ ਜਿਹੜਾ ਹੈ, ਚੰਦਰਮਾ, ਇਹ ਦੀਵੇ ਦੇ ਵਾਂਗੂ ਰੋਸ਼ਨੀ ਕਰਦਾ ਪਿਆ ਹੈ। ਚੰਦ ਸੂਰਜ ਦੇ ਜੋਤ ਸਵਾਰੇ, ਚੰਦਰਮਾ ਤੇ ਸੂਰਜ ਜਿਹੜੇ ਨੇ ਉਹ ਸਮਝ ਲਓ ਇਸ ਧਰਤੀ ਤੇ ਆਕਾਸ਼ ਦੇ ਵਿੱਚ ਮਾਲਕ ਨੇ ਟਿਕਾ ਦਿੱਤੇ ਨੇ। ਹੈ ਬਹੁਤ ਵੱਡੇ ਨੇ, ਸੂਰਜ ਧਰਤੀ ਦੇ ਮੁਕਾਬਲੇ ਕਈ ਹਿੱਸੇ ਜ਼ਿਆਦਾ ਵੱਡਾ ਹੈ। ਸਿਰਫ ਆਮ ਸਮਝ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਵੀ ਸੂਰਜ ਇਸ ਧਰਤੀ ਨੂੰ ਚਾਨਣ ਦਿੰਦਾ ਹੈ, ਚੰਦਰਮਾ ਪੁੰਨਿਆਂ ਦੇ ਉੱਤੇ ਖਾਸ ਕਰਕੇ ਰਾਤ ਨੂੰ ਚਾਨਣ ਦਿੰਦਾ ਹੈ, ਬਾਕੀ ਦਿਨਾਂ ਦੇ ਵਿੱਚ ਵੀ ਉਹਦਾ ਚਾਨਣ ਹੁੰਦਾ ਹੈ। ਇਸ ਤਰ੍ਹਾਂ ਖਾਣੀ ਚਾਰ ਬੰਧਾਨ ਕਰ, 184 ਜੂਨ ਦੁਆਰੇ। ਧਰਤੀ ਤੇ ਸੂਰਜ ਦੀ ਗੱਲ ਤੋਂ ਬਾਅਦ, ਚੰਦਰਮਾ ਦੀ ਗੱਲ ਤੋਂ ਬਾਅਦ ਕੀ ਕੀਤਾ? 4 ਖਾਣੀਆਂ ਜਿਹੜੀਆਂ ਨੇ ਉਹ ਜੀਵਨ ਨੂੰ ਪੈਦਾ ਕਰਨ ਦੇ ਲਈ ਮਾਲਕ ਨੇ ਨਿਸ਼ਚਿਤ ਕਰ ਦਿੱਤੀਆਂ। 4 ਖਾਣੀਆਂ ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ। ਅਸੀਂ ਪਹਿਲਾਂ ਵੀ ਬੜੀ ਵਾਰ ਵਿਚਾਰਿਆ ਹੈ। ਅੰਡਜ ਦਾ ਮਤਲਬ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਦਾ ਭਾਵ ਜੇਰ ਤੋਂ ਪੈਦਾ ਹੋਣ ਵਾਲੇ ਜੀਵ, ਅਸੀਂ ਉਸ ਕੈਟਾਗਰੀ ਦੇ ਵਿੱਚ ਆਉਂਦੇ। ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ, ਜਿੱਦਾਂ ਜ਼ਿਆਦਾ ਪਸੀਨਾ ਆਇਆ ਹੋਵੇ ਤੇ ਪਸ਼ੂਆਂ ਨੂੰ ਜੂਆਂ ਆਦਿਕ ਪੈ ਜਾਂਦੀਆਂ ਨੇ। ਉਤਪੁਜ ਬਨਸਪਤੀ ਤੋਂ ਪੈਦਾ ਹੋਣ ਵਾਲੇ ਜੀਵ, ਦਰਖਤ ਆਦਿਕ ਸਾਰੇ ਇਸੇ ਕੈਟਾਗਰੀ ਦੇ ਵਿੱਚ ਆਉਂਦੇ ਨੇ। ਇਹਦੇ ਤੋਂ ਇਲਾਵਾ ਵੀ ਬਹੁਤ ਨੇ, ਕੇਤੀਆ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਪਰ ਮੁੱਖ ਤੌਰ ਦੇ ਉੱਤੇ 4 ਗਿਣੀਆਂ ਜਾਂਦੀਆਂ ਨੇ, ਇਸ ਕਰਕੇ ਉਹਨਾਂ 4 ਦਾ ਹਵਾਲਾ ਲੈ ਲਿਆ। ਖਾਣੀ 4 ਬੰਧਾਨ ਕਰ, 4 ਖਾਣੀਆਂ ਦੇ ਵਿੱਚ ਇਸ ਸੰਸਾਰ ਦਾ ਬੰਧਾਨ ਬੰਨ੍ਹ ਦਿੱਤਾ। ਮਤਲਬ ਇੱਕ ਤਰੀਕਾ ਨਿਸ਼ਚਿਤ ਕਰਦਾ ਵੀ ਸੰਸਾਰ ਨੇ ਇੱਦਾਂ ਜਨਮ ਲੈਣਾ ਹੈ। 184 ਜੂਨ ਦੁਆਰੇ, ਤੇ ਸਮਝ ਲਓ ਵੀ 84 ਲੱਖ ਜੂਨਾਂ ਜਿਹੜੀਆਂ ਨੇ ਇੱਦਾਂ ਬਣਾ ਦਿੱਤੀਆਂ। ਫਿਰ ਇਹ ਕਹਿ ਲਈਏ ਇਹ ਪ੍ਰਚਲਿਤ ਖਿਆਲ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਇੱਥੇ ਨਿਸ਼ਚਿਤ ਨਹੀਂ ਵੀ 84 ਲੱਖ ਹੀ ਨੇ, ਇੱਕ ਖਿਆਲ ਚੱਲਦਾ ਆਉਂਦਾ ਹੈ, ਇਸ ਕਰਕੇ ਉਸ ਖਿਆਲ ਨੂੰ ਲੈ ਲਿਆ, ਭਾਵ ਕਿ ਸਾਰੇ ਜੀਵ ਜੰਤ ਜਿਹੜੇ ਨੇ ਉਹ ਪੈਦਾ ਕਰ ਦਿੱਤੇ ਨੇ। ਫਿਰ ਵੇਖੋ 21 ਜੂਨ ਵਿੱਚ ਜੀ ਜੰਤ ਅਣਗਿਣਤ ਅਪਾਰੇ। ਜੂਨਾਂ ਦੀ ਵੀ ਗਿਣਤੀ ਨਹੀਂ, ਪਰ ਜਿਹੜੀ 1 ਜੂਨ ਹੈ ਉਹਦੇ ਵਿੱਚ ਕਿੰਨੇ ਕਿੰਨੇ ਬੰਦੇ ਨੇ ਉਹਨਾਂ ਦੀ ਵੀ ਕੋਈ ਗਿਣਤੀ ਹੀ ਨਹੀਂ। 21 ਜੂਨ ਵਿੱਚ ਜੀ ਜੰਤ ਅਣਗਿਣਤ ਅਪਾਰੇ। ਚਲੋ ਸੌਖਾ ਹੀ ਸਮਝ ਲਈਏ, ਸਾਡੀ ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਆਉਂਦੇ ਹਾਂ ਤੇ ਸਾਨੂੰ ਕਿਹਾ ਜਾਂਦਾ ਹੈ ਜੀ ਇਹ ਬੰਦਾ ਮਨੁੱਖਾ ਜੂਨ ਦੇ ਵਿੱਚ ਆਇਆ। ਹੁਣ ਅਕਾਲ ਪੁਰਖ ਵਾਹਿਗੁਰੂ ਨੇ ਏਡੀ ਖੇਡ ਵਰਤਾਈ, ਮੇਰਾ ਪ੍ਰਭ ਸੱਚ ਹੈ ਇੱਕ ਖੇਲ ਰਚਾਇਆ, ਕੋਏ ਨਾ ਕਿਸੇ ਹੀ ਜਿਹਾ ਉਪਾਇਆ। ਬਾਹਰ ਦੀ ਦੁਨੀਆ ਦੀ ਤੇ ਖੇਡ ਹੀ ਬੜੀ ਦੂਰ ਦੀ ਹੈ। ਘਰ ਦੇ ਵਿੱਚ ਜਿਨ੍ਹਾਂ ਦਾ ਖੂਨ ਵੀ ਇੱਕ ਹੋਵੇ, ਉਹਨਾਂ ਦੀ ਸੋਚ ਇੱਕ ਨਹੀਂ ਹੁੰਦੀ, ਉਹਨਾਂ ਦੇ ਫਿੰਗਰਪ੍ਰਿੰਟਸ ਇੱਕ ਨਹੀਂ ਹੁੰਦੇ। ਉਹਨਾਂ ਦੇ ਤੁਸੀਂ ਵੇਖੋ ਇੱਦਾਂ ਕਿ ਅੱਖਾਂ ਦੇ ਵਿੱਚ ਜਿਹੜੇ ਹੁਣ ਨਵੇਂ ਤਰੀਕੇ ਦੇ ਲੋਕ ਆਉਂਦੇ ਨੇ ਵੀ ਜਿਹਦਾ ਹੋਵੇ ਸਿਰਫ ਉਹਨੂੰ ਉਹੀ ਖੋਲ੍ਹ ਸਕਦਾ ਹੈ ਵੇਖ ਕੇ। ਹੋਰ ਇਸ ਪਾਸੇ ਤੋਂ ਟੈਕਨੋਲੋਜੀ ਤਰੱਕੀ ਕਰਦੀ ਪਈ ਹੈ। ਸਾਡੇ ਆਧਾਰ ਕਾਰਡ ਬਣੇ ਨੇ, ਵੇਖੋ ਅਸੀਂ ਉਹਨੂੰ ਕਰ ਸਕਦੇ ਹਾਂ, ਕੋਈ ਦੂਜਾ ਕਿਉਂ ਨਹੀਂ ਕਰ ਸਕਦਾ? ਦੁਨੀਆ ਦੇ ਵਿੱਚ ਕਿੰਨੀ, ਹਿੰਦੁਸਤਾਨ ਦੀ ਚਲੋ ਆਬਾਦੀ ਦੀ ਗੱਲ ਕਰ ਦਈਏ, 130 ਕਰੋੜ ਦੇ ਆਬਾਦੀ ਲਗਭਗ ਹੈ ਸਾਡੇ ਦੇਸ਼ ਦੀ, ਤੇ ਵੇਖੋ ਹਰ ਇੱਕ ਬੰਦੇ ਦਾ ਆਪਣਾ ਫਿੰਗਰਪ੍ਰਿੰਟ। ਇਹਦਾ ਮਤਲਬ ਹੈ ਵੀ ਅਸੀਂ ਹੈ ਤੇ ਮਨੁੱਖਾ ਜੂਨੀ ਦੇ ਵਿੱਚ ਹੀ ਨੇ ਨਾ ਸਾਰੇ, ਪਰ ਉਸ ਜੂਨ ਦੇ ਵਿੱਚ ਵੀ ਮਾਲਕ ਨੇ ਇੰਨਾ ਡਿਫਰੈਂਸ ਪਾ ਦਿੱਤਾ ਹੈ ਵੀ ਇੱਕ ਜਾਣਾ ਦੂਸਰੇ ਨਾਲ ਮਿਲਦਾ ਹੀ ਨਹੀਂ। ਮਾਤਾ ਪਿਤਾ ਦੇ ਕੋਲੋਂ ਜਨਮ ਲੈ ਰਹੇ ਨੇ ਬੱਚੇ, ਮਿਲਦੇ ਹੀ ਨਹੀਂ ਇੱਕ ਦੂਸਰੇ ਨਾਲ। ਵੇਖਣ ਨੂੰ ਸ਼ਕਲਾਂ ਵੀ ਮਿਲ ਜਾਂਦੀਆਂ ਨੇ, ਤੇ ਵੇਖੋ ਕਿੰਨਾ ਡਿਫਰੈਂਸ ਹੈ ਫਿਰ ਵੀ ਉਹਨਾਂ ਦੇ ਵਿੱਚ। ਜੀ ਜੰਤ ਅਣਗਿਣਤ ਅਪਾਰੇ। 1 ਜੂਨ ਦੇ ਵਿੱਚ ਕਿੰਨੀਆਂ ਕਿਸਮਾਂ ਦੇ ਮਨੁੱਖ, ਤੁਸੀਂ ਸ਼ਕਲਾਂ ਵਾਲੇ ਪਾਸੇ ਤੋਂ ਵੀ ਵੇਖ ਲਓ। ਚਾਈਨਾ ਦੇ ਵਿੱਚ ਹੋਰ ਤਰੀਕੇ ਦੇ ਨੇ, ਇੱਧਰ ਆਪਣੇ ਇੰਡੀਆ ਦੇ ਵਿੱਚ ਹੋਰ ਤਰੀਕੇ ਦੇ ਨੇ। ਤੁਸੀਂ ਬਾਹਰਲੇ ਇੱਧਰ ਗੋਰੇ ਵੇਖ ਲਓ। ਸਾਡੇ ਦੇਸ਼ ਦੇ ਲੋਕਾਂ ਨੂੰ ਕਿੰਨੀ ਦੌੜ ਲੱਗੀ ਆ ਨਾ ਵੀ ਸਾਡੇ ਕਿਤੇ ਕੇਸ ਨਾ ਚਿੱਟੇ ਹੋ ਜਾਣ, ਤੇ ਗੋਰਿਆਂ ਦੇ ਵੇਖੋ ਉਹਨਾਂ ਵਿਚਾਰਿਆਂ ਦੇ ਤੇ ਸ਼ੁਰੂ ਤੋਂ ਹੀ ਚਿੱਟੇ ਹੋ ਜਾਂਦੇ ਨੇ, ਉਹ ਤਾਂ ਕਦੀ ਦੌੜਦੇ ਨਹੀਂ ਇਸ ਪਾਸੇ ਨੂੰ। ਇਹ ਕੀ ਹੈ? ਇੱਕ ਤਾਂ ਵਾਤਾਵਰਨ ਦਾ ਪ੍ਰਭਾਵ ਹੋ ਜਾਂਦਾ ਵੀ ਜਿਹੜੇ ਜਿਹੜੇ ਐਟਮੋਸਫੇਅਰ ਦੇ ਵਿੱਚ, ਜਿਹੜੇ ਜਿਹੜੇ ਮੌਸਮ ਦੇ ਵਿੱਚ ਉਹ ਵੱਡੇ ਹੁੰਦੇ ਰਹਿੰਦੇ ਨੇ, ਉਹਦਾ ਬੜਾ ਪ੍ਰਭਾਵ ਹੁੰਦਾ ਹੈ। ਪਰ ਇਹਨੂੰ ਕੀ ਹੈ ਵੀ ਸਾਰਿਆਂ ਨੂੰ ਮਨੁੱਖ ਕਹਿ ਦਿੱਤਾ, ਪਰ ਮਨੁੱਖਾਂ ਦੇ ਵਿੱਚ ਵੀ ਅੱਗੇ ਕਿੰਨੀ ਕੈਟਾਗਰੀਜ਼ ਨੇ, 6-7 ਤੇ ਮੰਨੇ ਜਾਂਦੇ ਨੇ ਜਿਨ੍ਹਾਂ ਦੇ ਨਾਮ ਵੀ ਇੱਦਾਂ ਆਉਂਦੇ ਨੇ ਵੀ ਇਹ ਇਸ ਕੈਟਾਗਰੀ ਦੇ ਮਨੁੱਖ ਨੇ। ਚਲੋ ਉਹ ਓਰੀਜਨ ਦੇ ਨਾਲ ਸੰਬੰਧਿਤ ਰੱਖਦੀ ਹੈ ਗੱਲ, ਜਿੱਦਾਂ ਸਾਇੰਸ ਪਹੁੰਚੀ ਹੈ ਉੱਥੇ। 1 ਜੂਨ ਦੇ ਵਿੱਚ ਕਿੰਨੇ ਕਿੰਨੇ ਮਨੁੱਖ, ਤੇ ਕੋਈ ਨਹੀਂ ਇੱਕ ਦੂਸਰੇ ਨਾਲ ਮਿਲਦਾ। ਫਿਰ ਵੇਖੋ ਮਾਨਸ ਜਨਮ ਦੁਲੰਭ ਹੈ, ਸਫਲ ਜਨਮ ਗੁਰ ਸ਼ਰਨ ਉਧਾਰੇ। ਇੱਥੋਂ ਤੱਕ ਤੇ ਉਹਨਾਂ ਨੇ ਮਾਲਕ ਦੀ ਗੱਲ ਕਰ ਦਿੱਤੀ, ਸਾਡੇ ਜੀਵਨ ਦੀ ਗੱਲ ਕਰ ਦਿੱਤੀ। ਇੱਥੋਂ ਹੁਣ ਗੁਰਮਤ ਦਾ ਵਿਸ਼ਾ ਸ਼ੁਰੂ ਹੋ ਗਿਆ ਇਸ ਵਾਰ ਦੇ ਵਿੱਚ। ਇਹ ਨਹੀਂ ਕਿ ਪਹਿਲਾਂ ਗੁਰਮਤ ਨਹੀਂ ਹੈ, ਇੱਥੇ ਇਹ ਗੱਲ ਸ਼ੁਰੂ ਹੋ ਗਈ ਹੈ ਵੀ ਭਾਈ ਇੰਨੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ ਵੀ ਸਾਨੂੰ ਜਨਮ ਮਿਲ ਗਿਆ ਹੈ। ਅਸੀਂ 130 ਕਰੋੜ ਦੇ ਵਿੱਚ ਹੁੰਦਿਆਂ ਹੋਇਆਂ ਵੀ ਵੇਖੋ ਯੂਨੀਕ ਹਾਂ, ਹਰ ਇੱਕ ਬੰਦਾ ਵਿਲੱਖਣ ਹੈ, ਕੋਈ ਕਿਸੇ ਵਰਗਾ ਨਹੀਂ। ਇਸ ਕਰਕੇ ਸਾਰੇ ਜਾਣੇ ਕਿਉਂਕਿ ਇੱਕ ਤੋਂ ਪੈਦਾ ਹੁੰਦੇ ਨੇ ਤੇ ਹਰ ਕੋਈ ਇੱਕ ਹੀ ਹੈ।
ਸਾਰਿਆਂ ਦੇ ਨਾਲ ਰਹਿ ਸਕਦਾ ਹੈ ਸਾਰਿਆਂ ਤੋਂ ਵੱਖਰਾ ਹੈ। ਫਿਰ ਵੀ ਉਹਨੂੰ ਕੀ ਕਿਹਾ ਜਾਂਦਾ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਮਾਨਸ ਜਨਮ ਦੁਲੰਭ ਹੈ। ਭਾਈ ਆ ਜਿਹੜਾ ਜਨਮ ਮਿਲਿਆ ਹੈ, ਜਿਹਨੂੰ ਅਸੀਂ ਵਰਤਦੇ ਪਏ ਹਾਂ, ਇਹ ਦੁਰਲੱਭ ਹੈ। ਦੁਰਲੱਭ ਦਾ ਮਤਲਬ ਉਹ ਚੀਜ਼ ਹੁੰਦੀ ਹੈ ਜਿਹੜੀ ਏਡੀ ਜਲਦੀ ਨਹੀਂ ਮਿਲਦੀ। ਚਲੋ ਇੱਕ ਤੇ ਪ੍ਰਚਲਿਤ ਖਿਆਲ ਦੇ ਵਿੱਚ ਅਸੀਂ ਇਸ ਗੱਲ ਨੂੰ ਲੈ ਕੇ ਚੱਲਦੇ ਹੁੰਦੇ ਆ ਨਾ ਵੀ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਹੈ, ਇਹ ਪ੍ਰਚਲਿਤ ਖਿਆਲ ਹੈ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ ਵੀ ਬੰਦਾ ਚੜ੍ਹਾਈ ਕਰ ਜਾਂਦਾ ਹੈ ਜੀ, ਉਹਨੂੰ ਫਿਰ 84 ਲੱਖ ਜੂਨਾਂ ਦੇ ਵਿੱਚੋਂ ਘੁੰਮ ਕੇ ਆਉਣਾ ਪੈਂਦਾ ਅਤੇ ਫਿਰ ਉਹਨੂੰ ਮਨੁੱਖਾ ਜੀਵਨ ਮਿਲਦਾ ਹੈ। ਇਹ ਖਿਆਲ ਅਸੀਂ ਸਾਰਿਆਂ ਨੇ ਸੁਣਿਆ। ਅਤੇ ਤੁਸੀਂ ਆਮ ਜੀ ਗੱਲ ਛੱਡੋ, ਜੇ ਵੈਸੇ ਹੀ ਬੰਦੇ ਨੂੰ ਕਿਤੇ 84 ਸਾਲ ਲਾਉਣੇ ਪੈ ਜਾਣ ਜ਼ਿੰਦਗੀ ਦੇ ਵਿੱਚ, ਤਾਂ ਉਹਨੂੰ ਕਹਿ ਵੀ ਤੂੰ 85ਵੇਂ ਸਾਲ ਦੇ ਵਿੱਚ ਇੱਧਰ ਆਉਣਾ, ਅਤੇ ਜ਼ਿੰਦਗੀ ਕਿੱਥੇ ਨਿਕਲ ਜਾਂਦੀ ਹੈ। ਕਿੰਨਾ ਔਖਾ ਹੈ ਏਡੇ ਵੱਡੇ ਚੱਕਰ ਨੂੰ ਕੱਟ ਕੇ ਆਉਣਾ। ਚਲੋ ਇੱਕ ਹੋਰ ਪਾਸਾ ਆਪ ਜੀ ਦੇ ਅੱਗੇ ਰੱਖ ਦੇਵਾਂ। ਦੁਰਲੱਭ ਇਸ ਕਰਕੇ ਹੈ ਵੀ ਇਹੋ ਜਿਹਾ ਜਨਮ ਜਿਹਨੂੰ ਬਾਬਾ ਕਬੀਰ ਕਹਿੰਦੇ ਨੇ ਨਾ ਕਿ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਔਰ ਹੋਰ ਇੱਕ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ, ਤੁਸੀਂ ਆਮ ਜਨਮ ਮਰਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਾਰ-ਵਾਰ ਪੜ੍ਹੋਗੇ ਵੀ ਸੰਸਾਰ ਜੰਮਦਾ ਮਰਦਾ ਰਹਿੰਦਾ। ਬੜੀ ਵਾਰ ਮਹਾਰਾਜ ਨੇ ਇਸ ਗੱਲ ਨੂੰ ਬੋਲਿਆ, ਹਰ ਥਾਂ ਦੇ ਉੱਤੇ ਤੁਹਾਨੂੰ ਇੱਦਾਂ ਦੇ ਪ੍ਰਮਾਣ ਮਿਲ ਜਾਣਗੇ। ਪਰ ਜਿੱਥੇ ਮਨੁੱਖਾ ਜਨਮ ਦੀ ਗੱਲ ਆਵੇਗੀ, ਉੱਥੇ ਮਹਾਰਾਜ ਕਹਿੰਦੇ ਨੇ ਵੀ ਇਹ ਤਾਂ ਬੜਾ ਔਖਾ ਮਿਲਿਆ ਹੈ। ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਿਬੀਕੈ। ਬਾਬਾ ਰਵਿਦਾਸ, ਬਾਬਾ ਕਬੀਰ ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੀਰੇ ਜੈਸਾ ਜਨਮ ਹੈ, ਕੌਡੀ ਬਦਲੈ ਜਾਏ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸਿਜ ਇਵੇਹਾ ਵਾਰ, ਪੌੜ ਨਾ ਹੋਵੀ ਜਨਮੜ। ਹਰ ਇੱਕ ਸਤਿਗੁਰੂ ਨੇ, ਭਗਤ ਸਾਹਿਬਾਨ ਨੇ ਇਸ ਜਨਮ ਦੀ ਕਦਰ ਪਾਉਣ ਦੀ ਗੱਲ ਕੀਤੀ ਹੈ ਵੀ ਇਹਦੀ ਕਦਰ ਪਾਓ। ਉਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮਾਨਸ ਜਨਮ ਦੁਲੰਭ ਹੈ ਤਾਂ ਦੁਰਲੱਭ ਹੈ, ਜਿਹਨੂੰ ਅਸੀਂ ਹੁਣ ਵਰਤਦੇ ਪਏ ਹਾਂ। ਪਰ ਇਹ ਵੀ ਇੱਕ ਗੱਲ ਨਾਲ ਹੈ, ਸਫਲ ਜਨਮ ਗੁਰ ਸ਼ਰਨ ਉਧਾਰੇ। ਇਹ ਸਫਲ ਤਾਂ ਹੀ ਹੁੰਦਾ ਹੈ ਜੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਤੇ ਇਸ ਜਨਮ ਨੂੰ ਉਧਾਰ ਲਿਆ ਜਾਵੇ। ਇਹ ਤਾਂ ਹੀ ਪਾਰ ਹੁੰਦਾ ਹੈ, ਨਹੀਂ ਤੇ ਆ ਕੇ ਸਾਹ ਲੈ ਕੇ ਖਾ ਪੀ ਕੇ ਬੜੀ ਦੁਨੀਆ ਮੁੜ ਜਾਂਦੀ ਹੈ। ਸਤਿਗੁਰੂ ਕਹਿੰਦੇ ਉਹਨਾਂ ਦੀ ਤੇ ਗਿਣਤੀ ਹੀ ਨਹੀਂ ਹੈ। ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਤੁਸੀਂ ਕਿਹਨਾਂ ਨੂੰ ਗਿਣਦੇ ਜੇ ਵੀ ਕੌਣ ਦੁਨੀਆ ਦੇ ਵਿੱਚ ਆਏ ਨੇ, ਤੇ ਮਹਾਰਾਜ ਪਤਾ ਕੀ ਕਹਿੰਦੇ ਨੇ? ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ। ਕਹਿੰਦੇ ਮੈਂ ਤੇ ਗਿਣਦਾ ਹੀ ਉਹਨਾਂ ਨੂੰ ਹਾਂ। ਜਿੱਦਾਂ ਬੈਂਕ ਦੇ ਬਾਹਰ ਬੜੀ ਭੀੜ ਲੱਗੀ ਹੋਵੇ ਨਾ, ਤੇ ਟੋਕਨ ਸਿਰਫ 50 ਹੀ ਮਿਲਣੇ ਹੋਣ, ਤੇ ਉੱਥੇ ਫਿਰ ਭਾਵੇਂ 100 ਵੀ ਖਲੋਤਾ ਹੋਵੇ, ਜਿਨ੍ਹਾਂ 50 ਨੂੰ ਮਿਲ ਗਿਆ ਹੈ ਉਹਨਾਂ ਨੇ ਹੀ ਅੰਦਰ ਜਾਣਾ ਹੈ, ਬਾਕੀ ਭਾਵੇਂ ਉੱਥੇ 100 ਵੀ ਖੜੇ ਰਹਿਣ, ਕੀ ਫਰਕ ਪੈਂਦਾ ਹੈ? ਗਿਣਤੀ ਦੇ ਵਿੱਚ ਉਹ 50 ਦੀ ਹੀ ਗਿਣਤੀ ਹੋਵੇਗੀ, ਬਾਕੀ ਜਿੰਨੀ ਮਰਜ਼ੀ ਭੀੜ ਇਕੱਠੀ ਹੋ ਜਾਵੇ। ਇਸ ਤਰੀਕੇ ਦੇ ਨਾਲ ਸਮਝ ਲਓ ਵੀ ਦੁਨੀਆ ਭੀੜ ਦੇ ਵਿੱਚ ਹੀ ਤੁਰ ਕੇ ਤੇ ਭੀੜ ਦੇ ਵਿੱਚ ਹੀ ਗਵਾਚ ਜਾਂਦੀ ਹੈ। ਮਹਾਰਾਜ ਕਹਿੰਦੇ ਮੈਂ ਤੇ ਉਹਨਾਂ ਨੂੰ ਗਿਣਦਾ ਹਾਂ ਗਿਣਤੀ ਦੇ ਵਿੱਚ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ। ਮੈਂ ਉਹਨਾਂ ਨੂੰ ਗਿਣਦਾ ਹਾਂ ਵੀ ਉਹ ਆਏ ਨੇ ਇਸ ਦੁਨੀਆ ਦੇ ਵਿੱਚ, ਉਹਨਾਂ ਦਾ ਹੀ ਆਇਆ ਹੋਇਆ ਸਫਲ ਹੈ। ਆਇਆ ਸਫਲ ਤਾਹੂ ਕੋ ਗਣੀਏ, ਜਾ ਸਰਸਨ ਹਰ ਹਰ ਮੁਖ ਪਣੀਏ। ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਆਪਣੀ ਜ਼ੁਬਾਨ ਤੋਂ ਕਿਤੇ ਮਾਲਕ ਦਾ ਨਾਮ ਲੈ ਲੈਂਦੇ ਹਾਂ। ਮਾਨਸ ਜਨਮ ਦੁਲੰਭ ਹੈ, ਬੜਾ ਔਖਾ ਹੈ ਮਿਲਦਾ ਇਹ ਜੀਵਨ। ਪਰ ਇਹ ਸਫਲ ਕਿੱਦਾਂ ਹੋਣਾ ਹੈ? ਸਫਲ ਜਨਮ ਗੁਰ ਸ਼ਰਨ ਉਧਾਰੇ। ਭਾਈ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਤੇ ਇਸ ਜ਼ਿੰਦਗੀ ਨੂੰ ਅਸੀਂ ਸਫਲ ਕਰਨਾ ਹੈ। ਉਹ ਕਿੱਦਾਂ ਸਫਲ ਕਰਨਾ ਹੈ, ਉਹ ਅਸੀਂ ਇਸ ਵਾਰ ਦੇ ਵਿੱਚੋਂ ਸਿੱਖਣ ਦੀ ਕੋਸ਼ਿਸ਼ ਕਰਨੀ ਹੈ। ਭਾਈ ਗੁਰਦਾਸ ਸਾਹਿਬ ਇੱਕ ਥਾਂ ਦੇ ਉੱਤੇ ਇੱਦਾਂ ਵੀ ਕਹਿੰਦੇ ਨੇ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਭਾਈ ਬੜੇ ਚਿਰ ਬਾਅਦ ਇਹ ਜੀਵਨ ਮਿਲਿਆ, ਤੇ ਸਫਲ ਕਿੱਦਾਂ ਹੋਵੇਗਾ? ਗੁਰੂ ਦੀ ਸ਼ਰਨ ਦੇ ਵਿੱਚ ਆ ਕੇ। ਤੇ ਫਿਰ ਕਿੱਦਾਂ ਕਰਨਾ ਹੈ? ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ। ਬੜੀਆਂ ਕੀਮਤੀ ਨੇ ਅੱਖਾਂ। ਵੈਸੇ ਇਹ ਵੀ ਗੱਲ ਸੱਚੀ ਹੈ ਕਿ ਸਾਨੂੰ ਸਾਹ ਆਈ ਜਾਂਦਾ ਹੈ ਤੇ ਸਾਨੂੰ ਇੰਪੋਰਟੈਂਸ ਇਹਦੀ ਪਤਾ ਨਹੀਂ ਲੱਗਦੀ। ਰੱਬ ਨਾ ਕਰੇ ਕਿਤੇ ਮਾੜਾ ਜਿਹਾ ਰੁਕ ਜੇ, ਸਾਨੂੰ ਫਿਰ ਪਤਾ ਲੱਗਦਾ ਵੀ ਸਾਹ ਕੀ ਚੀਜ਼ ਹੈ। ਅੱਖਾਂ ਨਾਲ ਅਸੀਂ ਸਾਰੀ ਜ਼ਿੰਦਗੀ ਵੇਖਦੇ ਰਹਿੰਦੇ ਹਾਂ, ਕੀ ਕਦਰ ਪੈਂਦੀ ਹੈ। ਪਰ ਜੇ ਕਿਤੇ ਰੱਬ ਨਾ ਕਰੇ ਅੱਖਾਂ ਦੇ ਵਿੱਚ 2-4 ਦਿਨ ਕਿਤੇ ਇਹੋ ਜਿਹੀ ਪ੍ਰੋਬਲਮ ਆ ਜਾਏ ਵੀ ਵੇਖਣਾ ਘਟ ਗਿਆ ਹੈ, ਬੰਦੇ ਨੂੰ ਉਸੇ ਵੇਲੇ ਚਿੰਤਾ ਪੈ ਜਾਂਦੀ ਹੈ ਵੀ ਇਹ ਤਾਂ ਬੜਾ ਜ਼ਰੂਰੀ ਅੰਗ ਹੈ। ਇੱਦਾਂ ਲੋਚਨ ਅਮੋਲ, ਅੱਖਾਂ ਬੜੀਆਂ ਅਮੋਲਕ ਨੇ। ਗੁਰਦਰਸ ਅਮੋਲ ਦੇਖੇ, ਤੇ ਗੁਰੂ ਦਾ ਦਰਸ਼ਨ ਵੀ ਬੜਾ ਅਮੋਲਕ ਹੈ। ਇਹਨਾਂ ਅਮੋਲਕ ਅੱਖਾਂ ਦੇ ਨਾਲ ਗੁਰੂ ਦਾ ਅਮੋਲਕ ਦਰਸ਼ਨ ਕਰੇ। ਸ਼ਰਵਨ ਅਮੋਲ ਗੁਰ ਬਚਨ ਧਰਨ ਕੈ। ਕੰਨ ਬੜੇ ਅਮੋਲਕ ਨੇ, ਪਰ ਇਹਨਾਂ ਦੇ ਨਾਲ ਗੁਰੂ ਦੀਆਂ ਗੱਲਾਂ ਸੁਣੇ। ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕੈ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਭਾਈ ਗੁਰੂ ਸਤਿਗੁਰੂ ਦੇ ਦਰਸ਼ਨਾਂ ਨੂੰ, ਨੱਕ ਦਾ ਦਰਸ਼ਨ ਕੀ ਹੈ?
ਮਤਲਬ ਉਹਦੇ ਸ਼ਬਦ ਦੀ ਸੁਗੰਧੀ, ਉਹਦੇ ਜੀਵਨ ਦੀ ਸੁਗੰਧੀ ਇਸ ਸਿੱਖ ਦੀ ਜ਼ਿੰਦਗੀ ਦੇ ਵਿੱਚ ਆਵੇ। ਸ਼ਰਵਨ ਅਮੋਲ ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕੇ ਰਸਨਾ ਅਮੋਲ ਗੁਰਮੰਤਰ ਸਿਮਰਨ ਕੈ। ਜ਼ੁਬਾਨ ਦੇ ਨਾਲ ਮਾਲਕ ਦੇ ਮੰਤਰ ਨੂੰ ਸਿਮਰੇ, ਗੁਰੂ ਦੀ ਬਾਣੀ ਨੂੰ ਸਿਮਰੇ, ਇਸ ਕਰਕੇ ਜ਼ੁਬਾਨ ਪਵਿੱਤਰ ਹੋ ਜਾਵੇਗੀ। ਹਸਤ ਅਮੋਲ ਗੁਰਦੇਵ ਸੇਵ ਕੈ ਸਫਲ, ਚਰਨ ਅਮੋਲ ਪ੍ਰਦਰਸ਼ਨਾ ਕਰਨ ਕੈ। ਹੱਥ ਗੁਰੂ ਦੀ ਸੇਵਾ ਕਰੇ, ਹੱਥਾਂ ਦੇ ਨਾਲ ਇਹਦੇ ਹੱਥ ਸਫਲ ਹੋ ਜਾਣ, ਅਤੇ ਚਰਨਾਂ ਦੇ ਨਾਲ ਗੁਰੂ ਦੇ ਘਰ ਦੀ ਪ੍ਰਦਰਸ਼ਨਾ ਕਰੇ, ਪਰਿਕਰਮਾ ਕਰੇ, ਇਹਦੇ ਪੈਰ ਪਵਿੱਤਰ ਹੋ ਜਾਣਗੇ। ਇੱਦਾਂ ਕਰਨਾ ਹੈ ਗੁਰੂ ਦੇ ਕੋਲ ਆ ਕੇ ਆਪਣੇ ਜੀਵਨ ਨੂੰ ਪਵਿੱਤਰ। ਮਾਨਸ ਜਨਮ ਦੁਲੰਭ ਹੈ, ਸਫਲ ਜਨਮ ਗੁਰ ਸ਼ਰਨ ਉਧਾਰੇ। ਅਤੇ ਫਿਰ ਨਾਲ ਕੀ ਹੈ, ਇਸ ਪੌੜੀ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜਾ ਵਿਸ਼ਾ ਹੈ ਉਹ ਇਹ ਹੈ, ਭਾਈ ਇਸ ਜਨਮ ਨੂੰ ਸਫਲ ਤੇ ਕਰਨਾ ਹੈ। ਇਹ ਤਾਂ ਸਾਨੂੰ ਵੀ ਪਤਾ ਹੈ, ਵੇਖੋ ਆਏ ਹਾਂ ਅਤੇ ਆ ਕੇ ਤੇ ਚਲੇ ਹੀ ਜਾਣਾ ਹੈ। ਪਰ ਦੁਨੀਆ ਜਾਂ ਅਸੀਂ ਆਪਣੇ ਆਪ ਦੇ ਵਿੱਚ ਕੀ ਸੈਟਿਸਫਾਈ ਹਾਂ ਇਸ ਲਾਈਫ ਤੋਂ, ਜਿਹੜੀ ਲਾਈਫ ਨੂੰ ਜ਼ਿੰਦਗੀ ਦੁਨੀਆ ਜੀ ਕੇ ਜਾ ਰਹੀ ਹੈ? ਕੌਣ ਹੈ? ਵੱਡੇ ਵੇਖ ਲਓ, ਛੋਟੇ ਵੇਖ ਲਓ। ਮਹਾਰਾਜ ਕਹਿੰਦੇ ਇਕਤ ਦੋਹ ਚੋਂ ਕਿਆ ਗਣੀ, ਸਭ ਇਕਤ ਸਾਧ ਮੁੱਠੀ। ਮੈਂ ਇੱਕ ਅੱਧੇ ਦੀ ਗੱਲ ਕੀ ਕਰਾਂ, ਸਾਰੇ ਉਸੇ ਲਹਿਰ ਦੇ ਵਿੱਚ ਰੁੜਦੇ ਜਾ ਰਹੇ ਨੇ। ਕੀ ਹਾਲ ਹੈ ਦੁਨੀਆ ਦਾ? ਜਿਹਨੂੰ ਉਹ ਜ਼ਿੰਦਗੀ ਕਹਿੰਦੇ ਨੇ ਉਹ ਤਾਂ ਅਸਲ ਦੇ ਵਿੱਚ ਜ਼ਿੰਦਗੀ ਹੈ ਵੀ ਨਹੀਂ ਹੈ। ਕਰਨਾ ਕੀ ਹੈ ਭਾਈ? ਸਾਧ ਸੰਗਤ ਗੁਰ ਸ਼ਬਦ ਲੈ, ਆਪਣੀ ਜ਼ਿੰਦਗੀ ਦਾ ਇੱਕ ਮਕਸਦ ਬਣਾ ਲੈਣਾ। ਜਿੱਦਾਂ ਬੇਨਤੀ ਕਰਦਾ ਹੁੰਦਾ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਵੀ ਸੱਚੇ ਪਾਤਸ਼ਾਹ ਇੰਨੀ ਕਿਰਪਾ ਕਰੀ, ਇੱਕ ਨਿਤਨੇਮ ਨਾ ਛੁੱਟੇ ਅਤੇ ਇੱਕ ਗੁਰਦੁਆਰਾ ਨਾ ਛੁੱਟੇ। ਇਹ ਦੋ ਕੰਮ ਨਾ ਮੇਰੀ ਜ਼ਿੰਦਗੀ ਦੇ ਵਿੱਚੋਂ ਛੁੱਟਣ। ਬਾਕੀ ਮਹਾਰਾਜ ਦੀ ਜ਼ਿੰਮੇਵਾਰੀ ਹੈ ਵੀ ਉਹਨੇ ਕਿਸ ਪਾਸੇ ਲਾ ਲੈਣਾ। ਬਸ ਇਹ ਦੋ ਚੀਜ਼ਾਂ ਨਾ ਛੁੱਟਣ। ਸਾਧ ਸੰਗਤ ਗੁਰ ਸ਼ਬਦ ਲਿਵ, ਸੰਗਤ ਦੇ ਵਿੱਚ ਆ ਕੇ ਅਤੇ ਗੁਰੂ ਦੇ ਸ਼ਬਦ ਦੇ ਵਿੱਚ ਉਹਨੇ ਲਿਵ ਜੋੜਨੀ ਹੈ। ਇਹ ਉਹਦਾ ਪਹਿਲਾ ਕਰਮ ਹੈ। ਸੰਗਤ ਤੋਂ ਉਹਨੇ ਕਹਿ ਦਿੱਤਾ ਵੀ ਛੁੱਟੇ ਨਾ, ਪਰ ਸੰਗਤ ਦੇ ਵਿੱਚ ਆ ਕੇ ਕਰਨਾ ਕੀ ਹੈ? ਸੰਗਤ ਦੇ ਵਿੱਚ ਆ ਕੇ ਅਤੇ ਗੁਰੂ ਦੇ ਸ਼ਬਦ ਦੇ ਵਿੱਚ ਉਹਨੇ ਲਿਵ ਲਾਉਣੀ ਹੈ। ਨਾਲ ਕੀ ਹੈ? ਭਾਏ ਭਗਤ ਗੁਰ ਗਿਆਨ ਵਿਚਾਰੇ। ਜੇ ਇਸ ਜਨਮ ਨੂੰ ਸਫਲ ਕਰਨਾ ਹੈ ਨਾ, ਤੇ ਪਿਆਰ ਦੀ ਭਗਤੀ ਕਰੇ। ਭਾਏ ਦਾ ਮਤਲਬ ਹੈ ਪਿਆਰ। ਭਾਏ ਭਗਤ ਗੁਰ ਗਿਆਨ ਵਿਚਾਰੇ, ਬੜੇ ਪਿਆਰ ਦੇ ਨਾਲ ਨਾ ਗੁਰੂ ਦੇ ਗਿਆਨ ਨੂੰ ਵਿਚਾਰੇ। ਪਿਆਰ ਦੀ ਭਗਤੀ ਕੀ ਹੈ? ਪਿਆਰ ਦੀ ਭਗਤੀ ਇਹ ਹੁੰਦੀ ਹੈ ਜਿਹਦੇ ਵਿੱਚ ਇਹ ਬੋਲਿਆ ਨਹੀਂ ਜਾਂਦਾ ਵੀ ਸੱਚੇ ਪਾਤਸ਼ਾਹ ਵੇਖ ਮੈਂ ਤੇਰੇ ਲਈ ਇੰਨਾ ਕੁਝ ਕਰਦਾ ਪਿਆ। ਕਦੀ ਮਾਤਾ ਨੇ ਬੋਲਿਆ ਹੋਵੇ ਇਸ ਗੱਲ ਨੂੰ, ਕਦੀ ਗਿਣਤੀ ਗਿਣਾਈ ਹੋਵੇ ਇਸ ਗੱਲ ਦੀ। ਸਾਡੇ ਮਾਂ ਪਿਓ ਗਿਣਤੀਆਂ ਨਹੀਂ ਗਿਣਾਉਂਦੇ। ਚਲੋ ਠੀਕ ਹੈ, ਅੱਜ ਕੱਲ੍ਹ ਉਹ ਦੱਸਣਾ ਵੀ ਪੈਂਦਾ ਕਿਸੇ ਮੌਕੇ ਦੇ ਉੱਤੇ, ਜਦੋਂ ਉੱਠ ਕੇ ਕਹਿਣ ਲੱਗ ਪੈਂਦੇ ਨੇ ਵੀ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ, ਫਿਰ ਉਹ ਦੱਸਦੇ ਨੇ ਵੀ ਤੁਹਾਡੇ ਲਈ ਅਸੀਂ ਕੀ ਕੀਤਾ ਹੈ। ਪਰ ਤੁਸੀਂ ਕਦੀ ਵੇਖਿਓ, ਕਦੀ ਮਾਂ ਪਿਓ ਉਹਨੂੰ ਦਿਲ ਤੋਂ ਗਿਣਾ ਰਹੇ ਹੋਣ, ਕਿਉਂਕਿ ਮਾਤਾ ਦਾ ਪਿਆਰ ਹੁੰਦਾ ਹੈ, ਪਿਤਾ ਦਾ ਪਿਆਰ ਹੁੰਦਾ ਹੈ, ਉਹ ਗਿਣਾਉਂਦੇ ਨਹੀਂ ਨੇ। ਇਸ ਕਰਕੇ ਪਿਆਰ ਦੀ ਭਗਤੀ ਦੇ ਵਿੱਚ ਗਿਣਾਇਆ ਨਹੀਂ ਜਾਂਦਾ ਵੀ ਮੈਂ ਇੰਨੇ ਪਾਠ ਕਰ ਲਏ ਨੇ ਤੇਰੇ, ਮੈਂ ਇੰਨਾ ਤੇਰੇ ਕੋਲ ਆ ਕੇ ਬੈਠ ਗਿਆ। ਜਿਹਦੇ ਨਾਲ ਪਿਆਰ ਹੋਵੇ ਕਦੀ ਉਹਨੂੰ ਸੁਣਾਇਆ ਜਾਂਦਾ ਵੀ ਲੈ ਤੇਰੇ ਕੋਲ ਮੈਂ ਇੰਨੀ ਵਾਰ ਆ ਕੇ ਬੈਠ ਗਿਆ। ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਨੇ ਪਿਆਰ ਦੇ ਵਿੱਚ। ਇੱਕ ਬਚਨ ਆਪ ਜੀ ਦੇ ਅੱਗੇ ਰੱਖ ਦੇਵਾਂ, ਇਹਨੂੰ ਥੋੜ੍ਹਾ ਜਿਹਾ ਵੱਡਾ ਕਰ ਲਈਏ। ਪਿਆਰ ਦਾ ਮਤਲਬ ਸਿੱਖ ਦੀ ਜ਼ਿੰਦਗੀ 'ਚ ਇੰਨਾ ਹੋਣਾ ਚਾਹੀਦਾ ਹੈ ਵੀ ਕਿਸੇ ਨਾਲ ਬੋਲੇ ਅਤੇ ਉਦੋਂ ਪਿਆਰ ਦੇ ਨਾਲ ਬੋਲੇ। ਇੱਥੇ ਆ ਕੇ ਮੱਥਾ ਟੇਕਣਾ ਹੈ ਅਤੇ ਜਿੱਦਾਂ ਅਸੀਂ ਕੱਲ੍ਹ ਵਿਚਾਰਿਆ ਸੀ ਨਾ ਵੀ ਚਾਅ ਦੇ ਨਾਲ ਮੱਥਾ ਟੇਕੇ, ਐਵੇਂ ਨਹੀਂ ਵੀ ਇੱਕ ਖਾਨਾ ਪੂਰਤੀ ਦੇ ਵਿੱਚ ਮੱਥਾ ਟੇਕਿਆ ਗਿਆ। ਨਹੀਂ, ਉਹਨੂੰ ਚਾਅ ਹੋਵੇ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਦਾ ਪਿਆ। ਜਿੱਥੇ ਚਾਅ ਦੇ ਨਾਲ ਮੱਥਾ ਟੇਕਣਾ ਹੈ, ਉੱਥੇ ਲੰਗਰ ਦੇ ਵਿੱਚ ਜੇ ਕਿਤੇ ਬਾਲਟੀ ਵੀ ਫੜਦਾ ਪਿਆ ਅਤੇ ਬਾਲਟੀ ਵੀ ਐਡੇ ਚਾਅ ਦੇ ਨਾਲ ਫੜੇ ਵੀ ਮੈਂ ਸੰਗਤ ਦੀ ਸੇਵਾ ਕਰਦਾ ਪਿਆ ਹਾਂ। ਇਹ ਥੋੜ੍ਹਾ ਵੀ ਬਾਲਟੀ ਫੜ ਕੇ ਗੁੱਸਾ ਆਈ ਜਾਵੇ। ਉਹ ਫਿਰ ਉਹ ਕਾਹਦੀ ਸੇਵਾ ਹੋ ਰਹੀ? ਉਹ ਚਾਅ ਦੀ ਤਾਂ ਸੇਵਾ ਹੋ ਹੀ ਨਹੀਂ ਰਹੀ, ਉਹ ਪਿਆਰ ਦੀ ਤਾਂ ਸੇਵਾ ਹੋ ਹੀ ਨਹੀਂ ਰਹੀ। ਪ੍ਰਸ਼ਾਦਾ ਵਰਤਾ ਰਿਹਾ ਹੈ, ਸੰਗਤ ਦੇ ਵਿੱਚ ਸੇਵਾ ਕਰਦਾ ਪਿਆ ਹੈ, ਗੁਰਦੁਆਰੇ ਦੇ ਵਿੱਚ ਸਫਾਈ ਦੀ ਸੇਵਾ ਕਰਦਾ ਪਿਆ ਹੈ। ਉਹਦਾ ਉਹ ਕਰਨਾ ਹੀ ਸੇਵਾ ਬਣ ਜਾਵੇ, ਉਹਦਾ ਉਹ ਕਰਨਾ ਹੀ ਸਿਮਰਨ ਬਣ ਜਾਵੇ। ਝਾੜੂ ਫੇਰਨਾ ਹੀ ਸਿਮਰਨ ਹੋ ਗਿਆ, ਉਹਦਾ ਬਰਤਨ ਧੋਣੇ ਹੀ ਸਿਮਰਨ ਹੋ ਗਿਆ, ਉਹਦਾ ਲੰਗਰ ਵਰਤਾਉਣਾ ਹੀ ਸਿਮਰਨ ਹੋ ਗਿਆ, ਉਹਦਾ ਸੰਗਤ ਦੇ ਵਿੱਚ ਬੈਠਣਾ ਹੀ ਸਿਮਰਨ ਹੋ ਗਿਆ। ਇਹ ਸਾਰਾ ਕੁਝ ਸਿਮਰਨ ਹੋ ਜਾਂਦਾ ਹੈ। ਇੱਕ ਤਾਂ ਸਿਮਰਨ ਹੈ ਨਾ ਜ਼ੁਬਾਨ ਦੇ ਨਾਲ ਬੋਲਣਾ, ਇੱਕ ਜਿੱਦਾਂ ਤੁਸੀਂ ਬੈਠੇ ਜੇ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ, ਇਹ ਤੁਹਾਡਾ ਬੈਠਣਾ ਵੀ ਸਿਮਰਨ ਹੈ। ਗੁਰਮੁਖ ਸੁਣਨਾ ਸੁਰਤ ਕਰ ਪੰਚ ਸ਼ਬਦ ਗੁਰ ਸ਼ਬਦ ਅਲਾਪੈ। ਭਾਈ ਗੁਰਦਾਸ ਸਾਹਿਬ, ਤੁਸੀਂ ਸੁਰਤ ਕਰਕੇ ਸੁਣ ਲੈਂਦੇ ਜੇ ਅਤੇ ਸੁਣਨਾ ਵੀ ਸਿਮਰਨ ਹੋ ਜਾਂਦਾ ਹੈ। ਇਹ ਸੁਣਨਾ ਵੀ ਬੰਦਗੀ ਹੈ। ਇਸ ਕਰਕੇ ਕਰਨਾ ਕੀ ਹੈ? ਜਦੋਂ ਵੀ ਸੰਗਤ ਦੇ ਵਿੱਚ ਵਿਚਰਨਾ ਹੈ, ਬੜੇ ਅਦਬ ਦੇ ਨਾਲ, ਬੜੀ ਰਿਸਪੈਕਟ ਦੇ ਨਾਲ, ਬੜੇ ਮਾਣ ਦੇ ਨਾਲ। ਜਿੱਦਾਂ ਦਾ ਮੈਂ ਚਾਹੁੰਦਾ ਹਾਂ ਨਾ ਵੀ ਦੁਨੀਆ ਮੈਨੂੰ ਮਾਣ ਦੇਵੇ, ਉੱਦਾਂ ਦਾ ਮਾਣ ਮੈਂ ਆਪਣੇ ਗੁਰ ਭਾਈਆਂ ਨੂੰ ਦੇਣਾ ਹੈ, ਉੱਦਾਂ ਦਾ ਮਾਣ ਮੈਂ ਦੂਜਿਆਂ ਨੂੰ ਦੇਣਾ ਹੈ। ਇੱਦਾਂ ਹੈ। ਨਾਰਾਜ਼ਗੀ ਕਿਸੇ ਨਾਲ ਵੀ ਹੋ ਸਕਦੀ ਹੈ, ਪਰ ਇਸ ਨਾਰਾਜ਼ਗੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰੂ ਘਰ ਦੇ ਵਿੱਚ ਹੀ ਬਸ ਬੰਦਾ ਬੋਲਣ ਲੱਗ ਪਵੇ ਅਤੇ ਸੋਚੀ ਨਾ ਵੀ ਮੈਂ ਕੀ ਕਰਦਾ ਪਿਆ।
ਸਿੱਖ ਦੀ ਬੋਲੀ ਏਡੇ ਕਮਾਲ ਦੀ ਹੋਣੀ ਚਾਹੀਦੀ ਹੈ ਵੀ ਉਹਦੀ ਬੋਲੀ ਤੋਂ ਤੇ ਪਤਾ ਲੱਗੇ ਵੀ ਇਸ ਬੰਦੇ ਨੂੰ ਬੋਲਣ ਦੀ ਸਮਝ ਹੈ। ਨਹੀਂ ਤੇ ਭਾਈ ਗੁਰਦਾਸ ਸਾਹਿਬ ਤੇ ਇਦਾਂ ਹੀ ਕਹਿੰਦੇ ਹੁੰਦੇ ਨੇ, ਜੈਸੇ ਦੀਪ ਦਿਪਤ ਨਾ ਜਾਨੀ ਹੈ ਭਵਨ ਵਿਖੇ, ਦਾਵਾ ਨਾਲ ਪਏ ਨਾ ਦੁਰਾਏ ਦੁਰੈ ਨਾਥ ਜੀ, ਤੈਸੇ ਮੁਖ ਮੱਧ ਬਾਣੀ ਬਸਤ ਨਾ ਕੋਊ ਲਖੇ। ਤੇ ਫਿਰ ਕੀ ਹੁੰਦਾ ਹੈ ਕਿ ਜਦੋਂ ਮੂੰਹ ਦੇ ਵਿੱਚ ਬਾਣੀ ਵਸਦੀ ਹੈ ਫਿਰ ਤੇ ਕਿਸੇ ਨੂੰ ਨਹੀਂ ਪਤਾ ਹੁੰਦਾ। ਬੋਲੀਏ ਵਿਚਾਰ ਗੁਰਮਤਿ ਗੁਣ ਗਾਥ ਜੀ, ਜਿੱਦਾਂ ਘਰ ਦੇ ਵਿੱਚ ਦੀਵਾ ਜਗਦਾ ਪਿਆ ਹੋਵੇ ਤੇ ਕਿਸੇ ਨੂੰ ਨਹੀਂ ਪਤਾ, ਤੇ ਰੱਬ ਨਾ ਕਰੇ ਉਸੇ ਦੀਵੇ ਦੇ ਨਾਲ ਕਿਤੇ ਜਿਹੜੀ ਝੌਂਪੜੀ ਦੇ ਵਿੱਚ ਰੱਖਿਆ ਸੀ ਉਹਨੂੰ ਕਿਤੇ ਅੱਗ ਲੱਗ ਜਾਵੇ ਨਾ, ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਅੱਗ ਲੱਗ ਗਈ ਹੈ। ਜਿਹੜਾ ਘਰ 'ਚ ਜਗਦਾ ਨਹੀਂ ਨਾ ਦਿਸਦਾ, ਉਹ ਝੌਂਪੜੀ ਨੂੰ ਅੱਗ ਲੱਗੇ ਤੇ ਫਿਰ ਸਾਰਿਆਂ ਨੂੰ ਦਿਸ ਪੈਂਦਾ। ਜਿਹੜਾ ਬੋਲ ਮੇਰੇ ਅੰਦਰ ਮਾੜਾ ਵੀ ਹੈ ਅਜੇ ਕਿਸੇ ਨੂੰ ਨਹੀਂ ਪਤਾ, ਜਦੋਂ ਮੇਰੀ ਜ਼ੁਬਾਨ ਤੋਂ ਨਿਕਲ ਗਿਆ ਫਿਰ ਮੇਰੇ ਵੱਸ ਦੇ ਵਿੱਚ ਵੀ ਨਹੀਂ ਰਹਿੰਦਾ, ਫਿਰ ਤੇ ਸਮਝ ਲਓ ਵਾਇਰਲ ਹੋ ਗਿਆ, ਫਿਰ ਤਾਂ ਦੁਨੀਆ ਦੇ ਵਿੱਚ ਘੁੰਮ ਗਿਆ। ਇਸ ਕਰਕੇ ਬੋਲੀਏ ਵਿਚਾਰ ਗੁਰਮਤਿ ਗੁਣ ਗਾਥ ਜੀ, ਬੜੇ ਸਮਝ ਦੇ ਨਾਲ ਬੋਲਣਾ, ਬੜੇ ਕੰਟਰੋਲ ਦੇ ਨਾਲ ਬੋਲਣਾ ਕਿ ਕਿਹੜੇ ਬੋਲ ਮੇਰੇ ਮੂੰਹ ਦੇ ਵਿੱਚੋਂ ਨਿਕਲਣਗੇ, ਜਿਹਨੂੰ ਅਸੀਂ ਆਮ ਜਿਹੇ ਵਿਚਾਰ ਦੇ ਵਿੱਚ ਇੱਦਾਂ ਵੀ ਕਿਹਾ ਜਾਂਦਾ ਵੀ ਜੀਭ ਚੜਾਵੇ ਹਾਥੀ, ਜੀਭ ਲਤਾੜੇ ਹਾਥੀ ਪੈਰ। ਜ਼ੁਬਾਨ ਦੀ ਮਰਜ਼ੀ ਹੈ ਤੇ ਬੰਦੇ ਨੂੰ ਹਾਥੀ 'ਤੇ ਵੀ ਚੜਾ ਦਿੰਦੀ ਹੈ, ਤੇ ਜ਼ੁਬਾਨ ਦੀ ਮਰਜ਼ੀ ਹੈ ਬਸ ਇਹ ਫਿਰ ਹਾਥੀ ਦੇ ਥੱਲੇ ਵੀ ਕਰਾ ਦਿੰਦੀ ਹੈ। ਉਹਨੂੰ ਇੱਦਾਂ ਵੀ ਬੋਲਿਆ ਜਾਂਦਾ ਨਾ ਵੀ ਜ਼ੁਬਾਨ 'ਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਦਿੰਦੀ ਹੈ। ਇਸ ਕਰਕੇ ਬੰਦੇ ਨੂੰ ਸਮਝ ਹੋਣੀ ਚਾਹੀਦੀ ਹੈ ਵੀ ਮੈਂ ਕੀ ਬੋਲਦਾ ਪਿਆ। ਭਾਏ ਭਗਤ, ਪਿਆਰ ਦੀ ਭਗਤੀ, ਜਿੱਦਾਂ ਅੱਜ ਕੱਲ੍ਹ ਬੰਦੇ ਕਹਿਣ ਲੱਗ ਪਏ ਨਾ ਵੀ ਰੱਬ ਤੇ ਅੰਦਰ ਹੀ ਹੋਣਾ ਚਾਹੀਦਾ ਹੈ, ਤੇ ਜ਼ੁਬਾਨ ਤੋਂ ਏਡਾ ਖਰਵਾ ਬੋਲਦੇ ਨੇ, ਏਡਾ ਨਿਕੰਮਾ ਬੋਲਦੇ ਨੇ ਵੀ ਲਾਗੇ ਗੱਲ ਸੁਣਨ ਨੂੰ ਜੀ ਨਹੀਂ ਕਰਦਾ। ਉਹ ਕਾਹਦੀ ਭਗਤੀ ਕਰਦੇ ਪਏ ਨੇ? ਜਿਨ੍ਹਾਂ ਦੀ ਅਜੇ ਤੱਕ ਬੋਲੀ ਹੀ ਚੰਗੀ ਨਹੀਂ ਹੋਈ, ਉਹਦੀ ਬੋਲੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਇਹ ਬੰਦਾ ਭਗਤੀ ਕਰਦਾ ਪਿਆ ਹੈ? ਉਹ ਭਗਤੀ ਕਾਹਦੀ, ਉਹ ਤੇ ਨਾਮ ਦੀ ਭਗਤੀ ਕਰਦਾ ਪਿਆ ਹੈ। ਇਸ ਕਰਕੇ ਕਰਨਾ ਕੀ ਹੈ ਭਾਈ, ਸੰਗਤ ਦੇ ਵਿੱਚ ਵਿਚਰੇ, ਬਾਹਰ ਵਿਚਰੇ, ਕਿਤੇ ਵੀ ਵਿਚਰੇ, ਬੋਲੀ ਤੇ ਘੱਟੋ ਘੱਟ ਮਿਠਾਸ ਵਾਲੀ ਹੋਵੇ। ਮੈਂ ਹਰ ਵਾਰ ਬੱਚੇ ਦੀ ਉਦਾਹਰਨ ਦਿੰਦਾ ਹੁੰਦਾ, ਸਾਡੇ ਨਾਲ ਵੀ ਵਾਪਰਿਆ ਤੇ ਅਸੀਂ ਨਿਕਲ ਕੇ ਆਏ ਹਾਂ। ਵੇਖੋ 10-12 ਸਾਲ ਤੱਕ ਬੱਚੇ ਦੀ ਬੋਲੀ ਸਾਨੂੰ ਬੜੀ ਮਿੱਠੀ ਲੱਗਦੀ ਹੈ, ਹੌਲੀ ਹੌਲੀ ਫਿਰ ਸਿੱਖਦਾ ਉਹ ਵੀ ਇਹ ਬੋਲੀ ਨਾਲ ਨਹੀਂ ਆਪਣੀ ਗੱਲ ਬਣਨੀ, ਆਪਾਂ ਨੂੰ ਉਹੀ ਬੋਲਣੀ ਪੈਣੀ ਹੈ ਜਿਹੜੀ ਸਾਡੇ ਘਰ ਦੇ ਵੱਡੇ ਬੋਲਦੇ ਨੇ। ਫਿਰ ਵੇਖ ਲਓ ਉਹੀ ਜਿਹੜੀਆਂ ਬੱਚੇ ਦੀਆਂ ਗੱਲਾਂ ਸਾਨੂੰ ਨਹੀਂ ਸਮਝ ਆਉਂਦੀਆਂ ਉਹ ਤਾਂ ਵੀ ਸੋਹਣੀਆਂ ਲੱਗਦੀਆਂ ਨੇ ਵੀ ਕਿੰਨਾ ਮਿੱਠਾ ਬੋਲਦਾ ਪਿਆ। ਸਾਡੇ ਵਰਗਿਆਂ ਦੀ ਪ੍ਰੋਨੰਸੀਏਸ਼ਨ ਸਾਰੀ ਕਲੀਅਰ ਹੁੰਦੀ ਹੈ, ਲੋਕਾਂ ਦਾ ਫਿਰ ਨਹੀਂ ਜੀ ਕਰਦਾ ਗੱਲ ਸੁਣਨ ਨੂੰ ਵੀ ਛੱਡ ਪਰਾਂ ਕਿਹਦੇ ਲਾਗੇ ਬਹਿ ਕੇ ਗੱਲ ਸੁਣਦੇ ਪਏ। ਇੰਨੀ ਫਿੱਕੀ ਬੋਲੀ, ਮਿਠਾਸ ਹੀ ਖਤਮ ਹੋ ਗਈ ਜ਼ੁਬਾਨ ਦੇ ਵਿੱਚ, ਸਿਰਫ ਹਵਾ ਕੱਢਦੀ ਪਈ ਹੈ। ਹੁਣੇ ਹੋਇਆ ਕੀ ਹੈ, ਸੰਗਤ ਦੇ ਵਿੱਚ ਵਿਚਰੋ, ਰਿਸ਼ਤੇਦਾਰੀਆਂ ਦੇ ਵਿੱਚ ਵਿਚਰੋ, ਘੱਟੋ ਘੱਟ ਬੋਲੀ ਤੇ ਏਡੇ ਪਿਆਰ ਵਾਲੀ ਹੋਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਸੰਗਤ ਦੇ ਵਿੱਚ ਆਵੇ, ਆ ਕੇ ਲਿਵ ਜੋੜੇ, ਤੇ ਨਾਲ ਕੀ ਹੈ ਭਾਏ ਭਗਤ, ਪਿਆਰ ਦੀ ਭਗਤੀ ਦੇ ਨਾਲ ਗੁਰੂ ਦੇ ਗਿਆਨ ਦੀ ਵਿਚਾਰ ਕਰੇ। ਉਹਦੇ ਪੱਲੇ ਗੁਰੂ ਦਾ ਗਿਆਨ ਵੀ ਹੋਵੇ, ਗੁਰਬਾਣੀ ਵੀ ਹੋਵੇ, ਤੇ ਗੁਰਬਾਣੀ ਨੂੰ ਬੜੇ ਪਿਆਰ ਦੇ ਨਾਲ ਵਿਚਾਰੇ। ਇਹ ਵੀ ਚਲੋ ਆਪ ਜੀ ਦੇ ਅੱਗੇ ਰੱਖ ਦੇਵਾਂ ਗੱਲ, ਇਹ ਸਮਝ ਵਾਲੀ ਹੈ। ਗੁਰਬਾਣੀ ਨੂੰ ਜਦੋਂ ਤੱਕ ਅਸੀਂ ਪਿਆਰ ਦੇ ਨਾਲ ਨਹੀਂ ਸਮਝਦੇ ਪਏ, ਮੈਂ ਲਗਭਗ ਇਸ ਗੱਲ ਨੂੰ ਵਾਰ-ਵਾਰ ਕਹਿਣਾ ਹੁੰਦਾ ਤੇ ਮੈਨੂੰ ਮਾਫ਼ ਕਰ ਦਿਓ, ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਚੰਗਾ ਲੱਗਣਾ ਚਾਹੀਦਾ ਹੈ। ਜੇ ਚੰਗਾ ਨਹੀਂ ਨਾ ਲੱਗਦਾ ਪਿਆ, ਉਹਦੀ ਤਾਬਿਆ ਦੇ ਵਿੱਚ ਚੰਗੀ ਤਰ੍ਹਾਂ ਬੈਠ ਹੀ ਨਹੀਂ ਪਾਵਾਂਗੇ। ਫਿਰ ਇੱਦਾਂ ਹੀ ਹੋਵੇਗਾ, ਤੁਸੀਂ ਸੁਣਦੇ ਹੋ ਜੀ ਉਹ ਇੱਦਾਂ ਕਰਦੇ ਨੇ, ਉਹ ਪਾਠ ਨਹੀਂ ਸਹੀ ਕਰਦਾ, ਉਹ ਆ ਨਹੀਂ ਸਹੀ ਕਰਦਾ। ਕਿਉਂ ਨਹੀਂ ਸਹੀ ਕਰਦਾ? ਪਿਆਰ ਹੀ ਨਹੀਂ ਹੈ। ਜਿਹਦੇ ਨਾਲ ਪਿਆਰ ਹੋਵੇ ਨਾ, ਉਹ ਸਾਹਮਣੇ ਵੀ ਨਾ ਹੋਵੇ ਤੇ ਕਹਿ ਕੇ ਚਲਾ ਜਾਵੇ ਨਾ ਵੀ ਮੇਰੇ ਲਈ ਆਹ ਕੰਮ ਤੂੰ ਕਰਨਾ ਹੈ, ਵੇਖਿਓ ਫਿਰ ਮਜ਼ਾਲ ਹੈ ਕਿਤੇ ਬੰਦਾ ਹਿੱਲ ਜਾਵੇ, ਕਿਉਂਕਿ ਉਹ ਕਹਿ ਕੇ ਗਿਆ ਹੈ। ਇਹ ਪਹਿਲਾਂ ਪਿਆਰਾ ਲੱਗਣਾ ਚਾਹੀਦਾ ਹੈ, ਫਿਰ ਇਹਦੀ ਤਾਬਿਆ ਬੈਠਣ ਲੱਗਿਆ ਆਪਣੇ ਆਪ ਹੀ ਸਰੀਰ ਸੈੱਟ ਹੋ ਜਾਵੇਗਾ ਵੀ ਕਿੱਦਾਂ ਉਹਦੀ ਤਾਬਿਆ ਬੈਠਣਾ ਹੈ। ਅੱਗੇ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਉਣਾ ਹੈ, ਅਸੀਂ ਵੇਖਾਂਗੇ ਵੀ ਸੰਗਤ ਦੇ ਵਿੱਚ ਆ ਕੇ ਜਦੋਂ ਮਹਾਰਾਜ ਜੀ ਦੀ ਤਾਬਿਆ ਬਹਿਣਾ, ਤੇ ਤਾਬਿਆ ਬਹਿਣ ਦੇ ਕੀ ਨਿਯਮ ਨੇ। ਬੈਠ ਕੋਈ ਵੀ ਸਕਦਾ ਹੈ, ਪਰ ਬੈਠਣਾ ਕਿਵੇਂ ਚਾਹੀਦਾ ਹੈ, ਇਹਦੇ ਨਿਯਮ ਨੇ ਵੀ ਕਿਵੇਂ ਬੈਠਣਾ ਹੈ। ਜਦੋਂ ਬਾਣੀ ਦਾ ਪਾਠ ਕਰਨਾ ਹੈ, ਇੰਨੀ ਸਮਝ ਦੇ ਨਾਲ ਪਾਠ ਕਰਨਾ ਹੈ, ਪਰ ਪਿਆਰ ਦੇ ਨਾਲ ਪਾਠ ਕਰਨਾ ਹੈ। ਉਹ ਪਿਆਰ ਨਹੀਂ ਮਾਈਨਸ ਹੋਣਾ ਚਾਹੀਦਾ। ਇਹ ਨਹੀਂ ਵੀ ਗਿਆਨ ਉੱਤੇ ਆ ਗਿਆ ਤੇ ਪਿਆਰ ਮਾਈਨਸ ਹੀ ਹੋ ਗਿਆ। ਪਿਆਰ ਨਹੀਂ ਖਤਮ ਹੋਣਾ ਚਾਹੀਦਾ ਪਾਠ ਕਰਦਿਆਂ। ਭਾਏ ਭਗਤ ਗੁਰ ਗਿਆਨ ਵਿਚਾਰੇ, ਪਰ ਉਪਕਾਰੀ ਗੁਰੂ ਪਿਆਰੇ। ਕਹਿੰਦੇ ਕੀ ਕਰਨਾ ਹੈ, ਅਸਲ ਦੇ ਵਿੱਚ ਉਹ ਜੀਵਨ ਪਰ ਉਪਕਾਰ ਵਾਲਾ ਹੋਵੇ, ਪਿਆਰ ਵਾਲਾ ਜੀਵਨ ਹੋ ਜਾਵੇ। ਜੀਵਨ ਦੇ ਵਿੱਚ ਇੱਦਾਂ ਦੀ ਗੱਲ ਹੋ ਗਈ ਜਿਹਨੂੰ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਸਾਡੀ ਜ਼ਿੰਦਗੀ ਵਿੱਚ ਨਾ ਪਰ ਉਪਕਾਰ ਹੋਣਾ ਚਾਹੀਦਾ ਹੈ। ਇਹ ਤਾਂ ਹੁੰਦਾ ਹੈ ਵੀ ਇੱਕ ਤਾਂ ਗਿਵ ਐਂਡ ਟੇਕ ਦੀ ਗੱਲ ਆ ਗਈ ਨਾ, ਵੀ ਕੁਝ ਦਵੋਗੇ ਤੇ ਉਹਦੇ ਬਦਲੇ ਦੇ ਵਿੱਚ ਮੇਰੇ ਕੋਲੋਂ ਕੁਝ ਲੈ ਜਾਵੋਗੇ। ਮਤਲਬ ਮੈਂ ਤੁਹਾਡਾ ਭਲਾ ਕਰਾਂਗਾ, ਤੁਸੀਂ ਮੇਰਾ ਭਲਾ ਕਰੋਗੇ। ਇਹ ਕੀ ਹੁੰਦਾ ਹੈ? ਇਹ ਹੁੰਦਾ ਹੈ ਲਾਭ ਤੇ ਹਾਨੀ ਦੇ ਉੱਤੇ ਖੜੀ ਹੋਈ ਗੱਲ, ਵੀ ਜਿਹੋ ਜਿਹਾ ਤੁਸੀਂ ਮੇਰੇ ਨਾਲ ਕਰੋਗੇ ਉਹ ਜਿਹਾ ਮੈਂ ਤੁਹਾਡੇ ਨਾਲ ਕਰ ਦੇਵਾਂਗਾ। ਪਰ ਉਪਕਾਰ ਕੀ ਹੁੰਦਾ ਹੈ? ਪਰ ਉਪਕਾਰ ਦਾ ਮਤਲਬ ਹੈ ਵੀ ਮੈਂ ਇਸ ਗੱਲ ਦੀ ਭਾਵਨਾ ਰੱਖੀ ਹੀ ਨਹੀਂ ਹੈ ਵੀ ਤੁਸੀਂ ਮੇਰੇ ਲਈ ਕੁਝ ਕਰਨਾ ਹੈ ਕਿ ਨਹੀਂ ਕਰਨਾ।
ਪਰਉਪਕਾਰ ਦੀ ਭਾਵਨਾ ਇਹੀ ਹੈ ਵੀ ਮੈਂ ਤੁਹਾਡੇ ਲਈ ਕੁਝ ਕਰਨਾ ਚਾਹੁੰਦਾ ਹਾਂ। ਜਿੱਦਾਂ ਲੰਗਰ ਦੇ ਵਿੱਚ ਹੁਣ ਵਰਤਾਉਣ ਵਾਲੇ ਤੇ 20 ਜਾਣੇ ਹੁੰਦੇ ਨੇ ਤੇ ਛਕਣ ਵਾਲਾ 200 ਵੀ ਹੋ ਸਕਦਾ ਹੈ, ਛਕਣ ਵਾਲਾ 500 ਵੀ ਹੋ ਸਕਦਾ ਹੈ। ਹੁਣ ਉਹ 20 ਜਾਣੇ ਇਸ ਕਰਕੇ ਥੋੜ੍ਹਾ ਵਰਤਾ ਰਹੇ ਹੁੰਦੇ ਵੀ 200 ਜਾਣਾ ਜਦੋਂ ਅਸੀਂ ਬੈਠਾਂਗੇ ਤੇ 200 ਜਾਣਾ ਸਾਡੇ ਅੱਗੇ ਲੈ ਕੇ ਖੜਾ ਹੋਵੇਗਾ ਵੀ ਲਿਆਓ ਤੁਹਾਨੂੰ ਅਸੀਂ ਖਵਾਉਂਦੇ ਹਾਂ। ਹੁਣ ਉਹਨਾਂ ਦਾ ਮਤਲਬ ਹੈ ਵੀ ਬਸ ਸੇਵਾ ਕਰਨੀ ਹੈ। ਪਰਉਪਕਾਰ ਦਾ ਮਤਲਬ ਹੀ ਇਹ ਹੈ ਵੀ ਜੋ ਚੀਜ਼ ਮੈਂ ਕਿਸੇ ਲਈ ਕਰ ਦਿੱਤੀ ਹੈ ਉਹਦੇ ਵਿੱਚੋਂ ਇਹ ਧਿਆਨ ਹੀ ਖਤਮ ਹੋ ਗਿਆ ਵੀ ਭਾਈ ਮੈਂ ਹੁਣ ਕਿਸੇ ਲਈ ਕੁਝ ਕੀਤਾ ਹੈ ਤੇ ਇਹਦੇ ਬਦਲੇ ਦੇ ਵਿੱਚ ਇਹ ਕੁਝ ਮੇਰੇ ਲਈ ਕਰੇ। ਜਿੱਦਾਂ ਸਾਡਾ ਕੀ ਹੁੰਦਾ ਹੈ, ਅਸੀਂ ਕਿਸੇ ਨੂੰ ਦਾਨ ਕਰਦੇ ਹਾਂ, ਸਾਡਾ ਦਾਨ ਹੱਥ ਤੋਂ ਤੇ ਲੈ ਜਾਂਦਾ ਹੈ ਪਰ ਸਾਡੇ ਦਿਮਾਗ 'ਤੇ ਚੰਬੜ ਜਾਂਦਾ ਹੈ। ਇਸ ਕਰਕੇ ਬੰਦੇ 10 ਸਾਲਾਂ ਬਾਅਦ ਵੀ ਦੱਸ ਦਿੰਦੇ ਨੇ ਇੰਨੇ ਪੈਸੇ ਮੈਂ ਉੱਥੇ ਦਾਨ ਕੀਤੇ ਸੀ। ਹੱਥ ਤੋਂ ਦਾਨ ਲੱਥ ਗਿਆ ਹੈ ਪਰ ਦਿਮਾਗ 'ਤੇ ਚੰਬੜ ਗਿਆ ਹੈ। ਇਹ ਕਾਹਦਾ ਉਪਕਾਰ ਹੋਇਆ, ਇਹ ਕਾਹਦਾ ਦਾਨ ਹੋਇਆ? ਅਜੇ ਤਾਂ ਛੁੱਟਿਆ ਹੀ ਨਹੀਂ ਹੈ, ਅਜੇ ਤਾਂ ਦਿਮਾਗ ਦੇ ਉੱਤੇ ਚੜ੍ਹਿਆ ਪਿਆ ਹੈ। ਪਰ ਉਪਕਾਰ ਦਾ ਮਤਲਬ ਹੈ ਵੀ ਮੈਂ ਕਿਸੇ ਦੀ ਮਦਦ ਕਰਾਂਗਾ ਪਰ ਇਸ ਗੱਲ ਨੂੰ ਨਹੀਂ ਸੋਚਾਂਗਾ ਵੀ ਮੇਰੇ ਲਈ ਉਹਦੇ ਬਦਲੇ ਦੇ ਵਿੱਚ ਕੁਝ ਕਰੇ। ਨਹੀਂ ਕੁਝ ਕਰਦਾ ਪਿਆ, ਮੌਜ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਉਦਾਸੀਆਂ ਦੇ ਉੱਤੇ ਗਏ, ਇਸ ਕਰਕੇ ਥੋੜ੍ਹਾ ਗਏ ਸੀ ਵੀ ਲੋਕੀ ਮੇਰਾ ਸਤਿਕਾਰ ਕਰ। ਮਹਾਰਾਜ ਕਹਿੰਦੇ ਸਾਡਾ ਫਰਜ਼ ਹੈ, ਜਿਹਨੂੰ ਤੁਸੀਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹੋ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਉਹਦੇ ਅੰਦਰ ਚਾਹ ਹੈ ਵੀ ਮੈਂ ਲੋਕਾਂ ਦੀ ਸੇਵਾ ਕਰਨੀ ਹੈ, ਲੋਕਾਂ ਦਾ ਭਲਾ ਕਰਨਾ ਹੈ। ਬਖਸ਼ਲਵੇ ਸਤਿਗੁਰੂ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਡਾਕਟਰ ਬਲਬੀਰ ਸਿੰਘ ਹੋਣਾ ਨੇ। ਉਹ ਕਹਿੰਦੇ ਨੇ ਪਰ ਉਪਕਾਰ ਦਾ ਮਤਲਬ ਇਹ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਪਰ ਉਪਕਾਰ ਕਰਨ ਵਾਲੇ ਦਾ ਵੀ ਫਾਇਦਾ ਹੋਵੇ ਤੇ ਜਿਹਦੇ ਨਾਲ ਪਰ ਉਪਕਾਰ ਕੀਤਾ ਗਿਆ ਹੈ ਉਹਦਾ ਵੀ ਫਾਇਦਾ ਹੋਵੇ। ਉਹਨਾਂ ਨੇ ਇੱਕ ਪੁਰਾਤਨ ਗਾਥਾ ਬੋਲੀ ਹੈ। ਕਹਿੰਦੇ ਵੀ ਇੱਕ ਵਾਰ ਨਾ ਅਲਰਕ ਨਾਮ ਦਾ ਇੱਕ ਰਾਜਾ ਸੀ, ਉਹਦੇ ਕੋਲ ਇੱਕ ਬ੍ਰਾਹਮਣ ਭਿੱਖਿਆ ਮੰਗਣ ਦੇ ਲਈ ਆ ਗਿਆ। ਹੁਣ ਉਹ ਜਿਹੜਾ ਬ੍ਰਾਹਮਣ ਸੀ ਉਹ ਅੰਨਾ ਸੀ ਤੇ ਉਹ ਰਾਜੇ ਨੂੰ ਬੜਾ ਅਫਸੋਸ ਹੋਇਆ ਵੀ ਇਹ ਬ੍ਰਾਹਮਣ ਹੈ ਤੇ ਅੰਨਾ ਹੈ। ਕਹਿੰਦੇ ਉਹਨੇ ਕੀ ਕੀਤਾ, ਉਹਨੇ ਆਪਣੀਆਂ ਅੱਖਾਂ ਕੱਢ ਕੇ ਤੇ ਬ੍ਰਾਹਮਣ ਨੂੰ ਦੇ ਦਿੱਤੀਆਂ। ਇਹ ਗਾਥਾ ਹੈ, ਵੇਖਣ ਨੂੰ ਕਹਿੰਦੇ ਵੀ ਬੜੀ ਕਮਾਲ ਦੀ ਗੱਲ ਲੱਗਦੀ ਹੈ ਵੀ ਵੇਖੋ ਜੀ ਇੰਨਾ ਪਰਉਪਕਾਰ ਵੀ ਬੰਦਾ ਆਪਣੀਆਂ ਅੱਖਾਂ ਕੱਢ ਕੇ ਦੂਜੇ ਨੂੰ ਦੇ ਦੇਵੇ। ਕਹਿੰਦੇ ਗਾਥਾ ਅਸਲ ਦੇ ਵਿੱਚ ਇਹ ਸੀ ਵੀ ਬ੍ਰਾਹਮਣ ਤੇ ਪਹਿਲਾਂ ਹੀ ਅੰਨਾ ਸੀ ਤੇ ਰਾਜੇ ਦੀਆਂ ਅੱਖਾਂ ਤੇ ਉਹਨੂੰ ਲੱਗਣੀਆਂ ਨਹੀਂ ਸੀ, ਰਾਜਾ ਵੀ ਅੰਨਾ ਹੋ ਗਿਆ। ਇਹਦਾ ਫਾਇਦਾ ਕਿਹਨੂੰ ਹੋਇਆ, ਸਗੋਂ ਨੁਕਸਾਨ ਦੋਵਾਂ ਨੂੰ ਹੋ ਗਿਆ। ਕੀ ਫਾਇਦਾ ਹੋਇਆ? ਇਹੋ ਜਿਹੇ ਉਪਕਾਰ ਦਾ ਫਾਇਦਾ ਕੀ ਹੋਇਆ? ਅਸੀਂ ਦੁਨੀਆ ਬੜਾ ਉਪਕਾਰ ਕਰਦੀ ਹੈ ਪਰ ਉਸ ਉਪਕਾਰ ਦਾ ਫਾਇਦਾ ਕੀ ਹੋ ਰਿਹਾ ਹੈ ਕਿ ਇਸ ਉਪਕਾਰ ਦਾ ਨਾ ਤੇ ਦਾਨ ਕਰਨ ਵਾਲੇ ਨੂੰ ਫਾਇਦਾ ਹੋਇਆ ਤੇ ਨਾ ਅੱਖਾਂ ਉਹਨੂੰ ਲੱਗਣੀਆਂ ਸੀ। ਉਹ ਕਹਿੰਦੇ ਇਹਦੇ ਬਦਲੇ ਦੇ ਵਿੱਚ ਮੈਂ ਇੱਕ ਗੱਲ ਵੇਖਦਾ ਹੁੰਦਾ ਡਾਕਟਰ ਦੀਵਾਨ ਸਿੰਘ ਹੁਣਾਂ ਦੀ, ਇੰਨੇ ਬੰਦਿਆਂ ਦਾ ਇਲਾਜ ਉਹਨਾਂ ਨੇ ਕੀਤਾ, ਅੱਖਾਂ ਦੇ ਡਾਕਟਰ ਸੀ, ਇੰਨੇ ਬੰਦਿਆਂ ਦਾ ਇਲਾਜ ਉਹਨਾਂ ਨੇ ਕੀਤਾ ਹੈ, ਕਿੰਨਿਆਂ ਲੋਕਾਂ ਦੀ ਨਿਗਾਹ ਉਹਨਾਂ ਨੇ ਦੁਬਾਰਾ ਸ਼ੁਰੂ ਕਰਵਾ ਦਿੱਤੀ, ਕਿੰਨੇ ਲੋਕਾਂ ਨੂੰ ਵੇਖਣਾ ਲਾ ਦਿੱਤਾ। ਤੇ ਕਹਿੰਦੇ ਵੇਖੋ ਨਾ ਇਹ ਵੀ ਤੇ ਇੱਕ ਉਪਕਾਰ ਹੈ ਨਾ। ਇੱਕ ਨੇ ਤੇ ਆਪਣੀਆਂ ਅੱਖਾਂ ਕੱਢ ਦਿੱਤੀਆਂ, ਦੂਜੇ ਨੇ ਆਪਣੀਆਂ ਅੱਖਾਂ ਨਹੀਂ ਕੱਢੀਆਂ ਪਰ ਕੀਤਾ ਕੀ ਹੈ, ਉਹਨੇ ਬਾਕੀ ਦੁਨੀਆ ਨੂੰ ਵੇਖਣ ਲਾ ਦਿੱਤਾ ਹੈ। ਪਰ ਉਪਕਾਰ ਦਾ ਮਤਲਬ ਹੀ ਇਹ ਹੈ ਵੀ ਆਪਣਾ ਵੀ ਅਸੀਂ ਜਦੋਂ ਵੇਖਣਾ ਹੈ, ਇਹ ਨਹੀਂ ਵੀ ਆਪਣਾ ਸੋਚੀਏ ਵੀ ਨੁਕਸਾਨ ਹੋ ਗਿਆ ਤੇ ਦੂਜੇ ਦਾ ਫਾਇਦਾ ਨਾ ਹੋਵੇ, ਘੱਟੋ ਘੱਟ ਦੂਜੇ ਦਾ ਫਾਇਦਾ ਵੀ ਤੇ ਹੋਵੇ। ਪਰ ਉਪਕਾਰ ਦਾ ਮਤਲਬ ਹੀ ਇਹ ਹੈ ਵੀ ਮੈਂ ਇਸ ਗੱਲ ਦੀ ਮੰਗ ਦੇ ਵਿੱਚ ਨਹੀਂ ਜਾ ਰਿਹਾ ਵੀ ਮੈਨੂੰ ਬਦਲੇ ਦੇ ਵਿੱਚ ਕੀ ਮਿਲੇਗਾ, ਨਹੀਂ। ਪਰ ਉਪਕਾਰ, ਪਰ ਉਪਕਾਰੀ ਤੇ ਗੁਰੂ ਪਿਆਰੇ, ਫਿਰ ਗੁਰੂ ਨੂੰ ਪਿਆਰ ਕਰਨ ਵਾਲਾ ਹੋਵੇ, ਉਹਦਾ ਹਰ ਵੇਲੇ ਧਿਆਨ ਜਿਹੜਾ ਹੈ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 10 ਗੁਰਾਂ ਦੇ ਵੱਲ ਹੋਵੇ ਤੇ ਫਿਰ ਇਸ ਚੀਜ਼ ਦੇ ਵਿੱਚ ਰੱਖ ਕੇ ਪਿਆਰ ਕਰੇ ਵੀ ਮੇਰਾ ਕੰਮ ਤੇ ਮਹਾਰਾਜ ਜੀ ਸੇਵਾ ਕਰਨੀ ਹੈ। ਮੈਂ ਮੰਗ ਰੱਖ ਕੇ ਨਹੀਂ ਕਰਦਾ ਪਿਆ ਵੀ ਮੈਂ ਲੋਕਾਂ ਲਈ ਇੰਨਾ ਕੀਤਾ, ਲੋਕਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ। ਇਹ ਤੇ ਲੈਣ ਦੇਣ ਰਿਸ਼ਤੇਦਾਰੀਆਂ 'ਚ ਚੱਲਦੇ ਨੇ, ਗੁਰੂ ਦੇ ਨਾਲ ਤੇ ਸੇਵਾ ਦੇ ਵਿੱਚ ਇਹ ਚੀਜ਼ਾਂ ਨਹੀਂ ਚੱਲਦੀਆਂ ਹੁੰਦੀਆਂ ਵੀ ਭਾਈ ਸਾਨੂੰ ਬਦਲੇ ਦੇ ਵਿੱਚ ਕੁਝ ਮਿਲੇਗਾ। ਕਿਤੇ ਮਾਲਕ ਬਹੁਤ ਕੁਝ ਦੇ ਦਿੰਦਾ ਹੈ ਤੇ ਕਿਤੇ ਪਹਿਲਾਂ ਲਿਆ ਵੀ ਨਹੀਂ ਵਾਪਸ ਮਿਲਦਾ। ਇਸ ਕਰਕੇ ਇਸ ਗੱਲ ਤੋਂ ਨਾਰਾਜ਼ਗੀ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਬੜਾ ਔਖਾ ਮਿਲਿਆ ਹੈ ਜੀਵਨ ਤੇ ਇਹਦੇ ਵਿੱਚ ਕਰਨਾ ਕੀ ਹੈ, ਗੁਰੂ ਦੀ ਸੰਗਤ ਦੇ ਵਿੱਚ ਆਵੇ ਤੇ ਸੰਗਤ ਦੇ ਵਿੱਚ ਆ ਕੇ ਕੀ ਕਰਨਾ ਹੈ, ਬੜੇ ਪਿਆਰ ਦੇ ਨਾਲ ਗੁਰੂ ਦੀ ਬਾਣੀ ਨੂੰ ਸਮਝੇ ਤੇ ਪਰ ਉਪਕਾਰੀ ਹੋਵੇ, ਭਲਾ ਕਰਨ ਵਾਲਾ ਹੋਵੇ। ਜਿੰਨਾ ਵੀ ਹੋ ਸਕਦਾ ਹੈ ਥੋੜ੍ਹੇ ਤੋਂ ਥੋੜ੍ਹਾ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਕਿਸੇ ਦਾ ਭਲਾ ਕਰ ਦਿਓ, ਜਿੰਨਾ ਵੀ ਅਸੀਂ ਕਰ ਸਕਦੇ ਹਾਂ। ਇੱਦਾਂ ਹੋ ਜਾਂਦਾ ਹੈ ਜੇ ਪੜ੍ਹਾਈ ਆਉਂਦੀ ਹੈ ਤਾਂ ਪੜ੍ਹਾਈ ਵਾਲੇ ਪਾਸੇ ਤੋਂ ਕਿਸੇ ਦਾ ਭਲਾ ਕਰ ਦਿਓ। ਜੇ ਹੋਰ ਕੁਝ ਆਉਂਦਾ ਹੈ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਗੁਣ ਦੱਸਣਾ ਪੈ ਜਾਂਦਾ ਹੈ, ਗੁਣ ਦੱਸ ਦਿਓ, ਅਗਲੇ ਦਾ ਭਲਾ ਹੋ ਜਾਵੇਗਾ। ਅਗਲੇ ਨੂੰ ਗੱਲ ਦੱਸ ਦਿਓ, ਅਗਲੇ ਦਾ ਭਲਾ ਹੋ ਜਾਵੇਗਾ। ਗੁਣ ਦੇ ਵਿੱਚੋਂ ਇਹ ਪਰ ਉਪਕਾਰ ਕਰਨੇ ਹੁੰਦੇ ਨੇ। ਇਹ ਨਹੀਂ ਹੁੰਦਾ ਵੀ ਮੈਂ ਤਾਂ ਬਸ ਮੈਨੂੰ ਪਤਾ ਹੈ ਅਤੇ ਮੈਂ ਕਿਉਂ ਕਿਸੇ ਨੂੰ ਦੱਸਾਂ, ਨਹੀਂ। ਪਰ ਉਪਕਾਰ ਦਾ ਮਤਲਬ ਹੈ ਹਰ ਇੱਕ ਦਾ ਫਾਇਦਾ ਕਰਨਾ, ਪਰ ਉਪਕਾਰੀ ਹੋਵੇ ਤੇ ਨਾਲ ਗੁਰੂ ਦਾ ਪਿਆਰਾ ਬਣਿਆ ਰਵੇ, ਗੁਰੂ ਨੂੰ ਪਿਆਰ ਕਰਨ ਵਾਲਾ ਹੋਵੇ। ਗੁਰੂ ਬਖਸ਼ਿਸ਼ ਦੇ ਸਦਕਾ ਇਹ ਚੌਥੀ ਵਾਰ ਦੀ ਅੱਜ ਅਸੀਂ ਆਰੰਭਤਾ ਕੀਤੀ ਹੈ। ਅੱਗੇ ਅਸੀਂ ਜੋ ਵਿਚਾਰ ਕਰਾਂਗੇ ਸਤਿਗੁਰੂ ਆਪ ਸੇਵਾ ਲੈਣਗੇ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।